ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਯੂਕੇ, ਯੂਰਪ ਅਤੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ। ਬਾਬਾ ਬੁੱਢਾ ਸਾਹਿਬ ਜੀ ਦੇ 515ਵੇਂ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਸਮੁੱਚੇ ਵਿਸ਼ਵ ਭਰ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਸ਼ਰਧਾ ਸਤਿਕਾਰ ਦੇ ਨਾਲ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਮਨਾ ਰਹੀਆਂ ਨੇ। ਸੋ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸਾਡੇ ਨਾਲ ਅੱਜ ਦੇ ਜਿਹੜੇ ਗੈਸਟ ਨੇ ਉਹ ਨੇ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ। ਆਓ ਉਹਨਾਂ ਨਾਲ ਫਤਿਹ ਦੀ ਪਾਉਂਦੇ ਹਾਂ ਸਾਂਝ ਤੇ ਪ੍ਰੋਗਰਾਮ ਦੀ ਕਰਦੇ ਹਾਂ ਸ਼ੁਰੂਆਤ। ਅਣਖੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਣਖੀ ਸਾਹਿਬ, ਸਭ ਤੋਂ ਪਹਿਲਾ ਸਵਾਲ, ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਕਿੱਥੇ, ਕਦੋਂ ਤੇ ਕਿਹਨਾਂ ਦੇ ਘਰ ਹੋਇਆ? ਗਿੱਲ ਸਾਹਿਬ, ਆਪਾਂ ਬਹੁਤ ਹੀ ਖੁਸ਼ਕਿਸਮਤ ਜੀ ਇਨਸਾਨ ਆ ਜਿਨ੍ਹਾਂ 'ਤੇ ਕਿਰਪਾ ਹੋਈ ਆ ਜੀ। ਤੇ ਆਪਾਂ ਸਿੱਖ ਪੰਥ ਦੇ ਉਸ ਮਹਾਨ ਸ਼ਖਸੀਅਤ ਜੀ ਬ੍ਰਹਮ ਗਿਆਨੀ ਜੀ ਬਾਬਾ ਬੁੱਢਾ ਜੀ ਬਾਰੇ ਅੱਜ ਗੱਲਬਾਤ ਕੁਝ ਆਪਣੀ ਮਤ ਮੁਤਾਬਕ ਗੱਲਾਂ ਕਰਨ ਲੱਗੇ ਹਾਂ। ਜੀ ਤੇ ਮੇਰਾ ਸਿੱਖ ਚੈਨਲ ਦੇ ਸਮੁੱਚੀ ਟੀਮ ਤੇ ਦਰਸ਼ਕਾਂ ਨੂੰ ਫਿਰ ਇੱਕ ਵਾਰ ਵਧਾਈ ਦਿੰਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਵਾਲ ਕੀਤਾ ਵਾ ਬਾਬਾ ਬੁੱਢਾ ਜੀ ਦੇ ਜਨਮ ਬਾਰੇ। ਆਪਾਂ ਅੰਮ੍ਰਿਤਸਰ ਤੋਂ ਬਟਾਲੇ ਨੂੰ ਜਾਈਏ ਨਾ ਜੀ, ਤੇ ਜੇਠੂਵਾਲ ਤੋਂ ਅੱਗੇ ਆਉਂਦਾ ਪਿੰਡ ਇੱਕ ਕੱਥੂ ਨੰਗਲ। ਜੀ ਜੀ ਜੀ। ਉਸ ਪਵਿੱਤਰ ਧਰਤੀ ਤੇ ਉੱਤੇ ਬਾਬਾ ਬੁੱਢਾ ਜੀ ਨੇ ਭਾਈ ਸੁੱਗਾ ਰੰਧਾਵਾ ਜੀ ਤੇ ਮਾਤਾ ਗੌਰਾ ਜੀ ਦੀ ਕੁੱਖੋਂ ਜਿਹੜਾ ਸੀ ਇਹ 7 ਕੱਤਕ ਸੰਮਤ 1563 ਤੇ ਜੇ ਆਪਾਂ ਸੰਨ ਦੀ ਗੱਲ ਕਰੀਏ ਤਾਂ 6 ਅਕਤੂਬਰ 1506 ਨੂੰ ਉਹਨਾਂ ਨੇ ਜਿਹੜਾ ਸੀ ਉਹਨਾਂ ਦੇ ਘਰ ਜਨਮ ਲਿਆ ਜੀ। ਤੇ ਬਾਬਾ ਬੁੱਢਾ ਜੀ ਦਾ ਜਿਹੜਾ ਪਰਿਵਾਰ ਸੀ ਜੀ ਇਹ ਜ਼ਿਮੀਂਦਾਰ ਪਰਿਵਾਰ ਸੀ ਜੀ। ਖੇਤੀਬਾੜੀ ਕਰਦੇ ਸੀ। ਖੇਤੀਬਾੜੀ ਚੰਗੀ ਸੀ ਇਹਨਾਂ ਦੀ ਜੀ। ਤੇ ਹੋਇਆ ਕਿ ਵੀ ਇੱਕ ਸਾਲ 1518-19 ਦੇ ਵਿੱਚ ਨਾ ਬੜਾ ਸੋਕਾ ਪੈ ਗਿਆ। ਮੀਂਹ ਪਿਆ ਹੀ ਨਾ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਜੋ ਫਸਲਾਂ ਸੀ ਜੀ ਜੀ ਇਹਨਾਂ ਦਾ ਜਿਹੜਾ ਸਿੰਚਾਈ ਦਾ ਮੁੱਖ ਸਾਧਨ ਜਿਹੜਾ ਹੁੰਦਾ ਸੀ ਜੀ ਲਗਭਗ ਮੀਂਹ ਹੁੰਦਾ ਸੀ, ਜੀ। ਕਿਉਂਕਿ ਨਾ ਉਹ ਨਹਿਰਾਂ ਹੁੰਦੀਆਂ ਸੀ ਤੇ ਨਾ ਬਹੁਤੇ ਖੂਹ ਹੁੰਦੇ ਸੀ, ਟਾਵੇਂ ਵਿਰਲੇ ਹੁੰਦੇ ਸੀ। ਜੀ ਜੀ ਤੇ ਉਹ ਸੋਕਾ ਪੈਣ ਦੇ ਕਰਕੇ ਜੀ ਇਹ ਇੰਨਾ ਜ਼ਿਆਦਾ ਪੱਠਿਆਂ ਦੱਥਿਆਂ ਦਾ ਕਾਲ ਪੈ ਗਿਆ ਵੀ ਡੰਗਰਾਂ ਵਾਸਤੇ ਘਾਹ ਵੀ ਜਿਹੜਾ ਸੀ ਉਹ ਮਿਲਣਾ ਮੁਸ਼ਕਲ ਹੋ ਗਿਆ ਜੀ। ਤੇ ਤਕਰੀਬਨ ਇਹ ਹਾਲਾਤ ਰਹਿਣ ਕਰਕੇ ਤੇ ਇਹ ਭਾਈ ਸੁੱਗਾ ਜੀ ਨੇ ਇਹਨਾਂ ਦਾ ਜਿਹੜਾ ਸਹੁਰਾ ਪਿੰਡ ਆ ਨਾ ਬਾਬਾ ਬੁੱਢਾ ਜੀ ਦਾ ਨਾਨਕਾ ਪਿੰਡ, ਜੀ ਉਹ ਪਿੰਡ ਆ ਮੰਦਰਾਂ ਵਾਲਾ। ਜੀ ਜੀ। ਡੇਰਾ ਬਾਬਾ ਨਾਨਕ ਲਾਗੇ ਰਾਵੀ ਦਰਿਆ ਦੇ, ਬਿਲਕੁਲ ਰਾਵੀ ਦਰਿਆ ਦੇ ਕੰਢੇ ਤੇ ਆ, ਜੀ ਜੀ। ਮੰਡ ਦੇ ਇਲਾਕੇ 'ਚ। ਜੀ। ਤੇ ਇਹਨਾਂ ਨੇ ਫਿਰ ਇੱਥੋਂ ਜ਼ਮੀਨ ਜਿਹੜੀ ਸੀ ਨਾ ਵੇਚ ਕੇ ਤੇ ਉੱਥੇ ਮੰਦਰਾਂ ਵਾਲੀ ਜ਼ਮੀਨ ਲੈ ਲਈ ਜੀ। ਤੇ ਉੱਥੇ ਫਿਰ ਆਪਣਾ, ਕਿਉਂਕਿ ਉਹ ਦਰਿਆ ਦਾ ਇਲਾਕਾ ਵਾ, ਮੰਡ ਦਾ ਇਲਾਕਾ ਵਾ, ਉੱਥੇ ਪਾਣੀ ਦੀ ਕਮੀ ਨਹੀਂ ਜੀ ਤੇ ਫਸਲਾਂ ਵਾਸਤੇ ਜਿਹੜਾ ਸੀ ਉਹ ਠੀਕ ਸੀ ਜੀ। ਤੇ ਇਸ ਕਰਕੇ ਇਹ ਉੱਥੇ ਚਲੇ ਗਏ। ਜੀ ਜੀ। ਇੱਕ ਦਿਨ ਕੀ ਹੋਈ ਗੱਲ, ਉਦੋਂ ਨਾ ਬਾਬਾ ਬੁੱਢਾ ਜੀ ਦੀ ਉਮਰ ਸਿਰਫ 12 ਸਾਲ ਸੀ ਜੀ। ਤੇ ਗੁਰੂ ਨਾਨਕ ਦੇਵ ਜੀ ਨੇ 3 ਉਦਾਸੀਆਂ ਪੂਰੀਆਂ ਕਰ ਲਈਆਂ ਸੀ ਤੇ ਕਰਤਾਰਪੁਰ ਉਹਨਾਂ ਆਣ ਕੇ ਆਪਣਾ ਜਿਹੜਾ ਸੀ ਨਾ ਪੱਕਾ ਉਹ ਡੇਰਾ ਕਰ ਲਿਆ ਸੀ। ਇਸ ਤੋਂ ਪਹਿਲਾਂ ਮੈਂ ਇੱਕ ਗੱਲ ਇਹ ਪੁੱਛਣੀ ਚਾਹੁੰਦਾ, ਜਿਵੇਂ ਆਪ ਜੀ ਨੇ ਜ਼ਿਕਰ ਕੀਤਾ ਕਿ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਸੀਗੇ, ਉਹਨਾਂ ਦਾ ਜ਼ਿਕਰ ਕੀਤਾ। ਸੋ ਬ੍ਰਹਮ ਗਿਆਨਤਾ ਤੱਕ ਪਹੁੰਚਣ ਵਾਸਤੇ ਬੰਦਗੀ ਦੀ ਬੜੀ ਜ਼ਰੂਰਤ ਹੁੰਦੀ ਆ। ਕੀ ਸਬੱਬ ਬਣਿਆ ਸੀਗਾ ਕਿ ਬਾਬਾ ਬੁੱਢਾ ਸਾਹਿਬ ਦਾ ਝੁਕਾਅ ਜਿਹੜਾ ਹੈ ਉਹ ਬੰਦਗੀ ਵੱਲ ਹੋ ਗਿਆ ਸੀਗਾ? ਗਿੱਲ ਸਾਹਿਬ, ਜਿਹੜੀ ਰੱਬੀ ਰੂਹਾਂ ਹੁੰਦੀਆਂ ਨਾ ਜੀ, ਉਹ ਜਨਮ ਤੋਂ ਹੀ ਅਕਾਲ ਪੁਰਖ ਨਾਲ ਜੁੜੀਆਂ ਹੁੰਦੀਆਂ ਜੀ। ਉਹਨਾਂ ਦਾ ਧਿਆਨ, ਉਹਨਾਂ ਦੀ ਬਿਰਤੀ ਜੀ, ਉਹਨਾਂ ਦੀ ਚੇਤਨਾ, ਉਹਨਾਂ ਦੇ ਫੁਰਨੇ ਜਿਹੜੇ ਆ ਨਾ ਜੀ, ਉਹ ਇਹਨਾਂ ਦੁਨਿਆਵੀ ਕੰਮਾਂ ਤੋਂ ਥੋੜਾ ਜਿਹਾ ਹਟਵੇਂ ਹੁੰਦੇ ਆ। ਇਹਨਾਂ ਪ੍ਰਤੀ ਉਹਨਾਂ ਦੀ ਬਹੁਤੀ ਖਿੱਚ ਨਹੀਂ ਹੁੰਦੀ ਜੀ। ਤੇ ਇਹ ਜਿਸ ਤਰ੍ਹਾਂ ਆਪਾਂ ਗੁਰਬਾਣੀ 'ਚ ਪੜ੍ਹਦੇ ਆ ਨਾ, ਭਈ ਪ੍ਰਾਪਤ ਮਾਨੁਖ ਦੇਹੁਰੀਆ ਜੀ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜੀ। ਉਹ ਇਸ ਜਨਮ ਨੂੰ, ਇਸ ਜਨਮ ਦਾ ਪਲ ਪਲ ਜਿਹੜਾ ਨਾ ਉਹ ਅਕਾਲ ਪੁਰਖ ਨੂੰ ਆਪਣੇ ਹਿਰਦੇ 'ਚ ਵਸਾ ਕੇ ਜੀ ਤੇ ਉਸ ਦੇ ਜਸ, ਉਹਦੀ ਸਿਫਤ ਸਲਾਹ ਗਾ ਕੇ ਆਪਣਾ ਅਕਾਲ ਪੁਰਖ ਦੇ ਨਾਲ ਜਿਹੜਾ ਵਾ ਨਾ ਉਹ ਮੇਲ ਮਿਲਾਪ ਕਰਕੇ ਤੇ ਜਨਮ ਮਰਨ ਦੇ ਚੱਕਰਾਂ 'ਚੋਂ ਮੁਕਤ ਹੋ ਜਾਂਦੇ ਆ ਤੇ ਉਹਨਾਂ ਦੀ ਖਲਾਸੀ ਹੋ ਜਾਂਦੀ ਆ। ਜੀ ਜੀ ਜੀ। ਇਹ ਕੁਦਰਤੀ ਜਨਮ ਤੋਂ ਹੀ ਬਾਬਾ ਬੁੱਢਾ ਜੀ ਦੀ ਰੂਹਾਨੀਅਤ ਜਿਹੜੀ ਇਸ ਤਰ੍ਹਾਂ ਦੀ ਸੀ। ਤੇ ਮੈਂ ਤੁਹਾਨੂੰ ਬੇਨਤੀ ਕਰ ਰਿਹਾ ਸਾਂ ਕਿ ਗੁਰੂ ਨਾਨਕ ਦੇਵ ਜੀ ਨਾ ਉੱਥੇ ਕਰਤਾਰਪੁਰ ਆਣ ਕੇ, ਇਹ ਨਹੀਂ ਵੀ ਆਣ ਕੇ ਕਰਤਾਰਪੁਰ ਹੀ ਬਹਿ ਗਏ ਸੀ, ਉਹ ਮਾਝੇ ਦੇ ਇਲਾਕੇ ਵਿੱਚ ਨਾ ਦੂਰ ਦੂਰ ਤੱਕ ਰਟਣ ਕਰਕੇ ਤੇ ਸੰਗਤਾਂ ਨੂੰ ਗੁਰ ਉਪਦੇਸ਼ ਨਾਲ ਜੋੜਦੇ ਸੀ, ਸਿੱਖੀ ਮਾਰਗ ਤੇ ਜਿਹੜਾ ਪਾਉਂਦੇ ਸੀ। ਤੇ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਨੇ ਕਿਹਾ ਵਾ, ਇਹ
ਮਾਰਿਆ ਸਿੱਕਾ ਜਗਤ ਵਿੱਚ ਜੀ ਨਾਨਕ ਨਿਰਮਲ ਪੰਥ ਚਲਾਇਆ। ਉਸ ਨਿਰਮਲ ਪੰਥ ਵਿੱਚ ਸ਼ਾਮਲ ਕਰਨ ਵਾਸਤੇ ਜੀ ਨਿਰਮਲ ਪੰਥ ਬਾਰੇ ਦੱਸਣ ਵਾਸਤੇ ਗੁਰੂ ਜੀ ਇਹ ਜਿਹੜੇ ਨਾ ਲਾਗੇ ਛਾਗੇ ਦੇ ਇਲਾਕੇ ਜਿਹੜੇ ਆ ਨਾ ਉੱਥੋਂ ਹੀ ਜਾਂਦੇ ਹੁੰਦੇ ਸੀ। ਈਵਨ ਕਿ ਉਹ ਖਡੂਰ ਸਾਹਿਬ ਵਾਲੇ ਪਾਸੇ ਵੀ ਜਾਂਦੇ ਸੀ ਜੀ। ਤੇ ਇਹ ਤੇ ਇਲਾਕਾ ਬਿਲਕੁਲ ਉਹਨਾਂ ਦਾ ਆਪਣਾ ਸੀ, ਜਿਹੜਾ ਮੰਦਰਾਂ ਵਾਲਾ ਇਲਾਕਾ ਸੀ ਜੀ। ਹਾਂਜੀ, ਇਹ ਤੇ ਕਰਤਾਰਪੁਰੋਂ ਮੇਰਾ ਖਿਆਲ ਮਹਾਂ ਹੀ ਆ 5-6 ਕਿਲੋਮੀਟਰ ਜਾਂ 10 ਕਿਲੋਮੀਟਰ ਦੇ ਵਿੱਚ ਹੀ ਆ। ਬਿਲਕੁਲ। ਇੱਕ ਦਿਨ ਗੁਰੂ ਨਾਨਕ ਦੇਵ ਜੀ ਦਾ ਇੱਥੇ ਬਹੁਤ ਰਮਣੀਕ ਜਗ੍ਹਾ ਵੇਖ ਕੇ, ਬੜੀ ਸੁਹਾਵਣੀ ਜਗ੍ਹਾ ਵੇਖ ਕੇ ਜੀ ਤੇ ਉੱਥੇ ਭਾਈ ਮਰਦਾਨੇ ਨਾਲ ਇਹਨਾਂ ਨੇ ਅਕਾਲ ਪੁਰਖ ਦਾ ਜਿਹੜਾ ਸੀ ਨਾ ਜੀ ਉਹ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ। ਤੇ ਉਹ ਬਾਣੀ ਉਚਾਰਦਿਆਂ ਇਹ ਜਿਹੜੀ ਬਾਣੀ ਦੀ ਹੈਗੀ ਸੀ ਮਿੱਠੀ ਸੁਰੀਲੀ ਧੁਨ ਜੀ, ਇਹ ਬਾਬਾ ਬੁੱਢਾ ਜੀ ਦਾ ਜਿਹੜਾ ਬਚਪਨ ਦਾ ਨਾਂ ਸੀ, ਘਰ ਦਾ ਨਾਂ ਸੀ ਬੂੜਾ ਜੀ। ਮਾਤਾ ਪਿਤਾ ਨੇ ਜੀ ਇਹਨਾਂ ਦਾ ਨਾਂ ਰੱਖਿਆ ਸੀ ਬੂੜਾ ਜੀ। ਤੇ ਉਹ ਭਾਈ ਬੂੜਾ ਜੀ ਜਿਹੜੇ ਸੀ ਨਾ, ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਤੇ ਇਹਨਾਂ ਦੇ ਅੰਤਰਾਤਮਾ ਨੂੰ ਉਹ ਛੂਹ ਗਈ ਜੀ। ਕਿਉਂਕਿ ਤੁਹਾਨੂੰ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਵੀ ਇਹ ਤੇ ਪਹਿਲਾਂ ਹੀ ਉਸ ਮਾਰਗ ਦੇ ਪਾਂਦੀ ਸੀ। ਤੇ ਜਦੋਂ ਉਸ ਮਾਰਗ ਦੀਆਂ ਗੱਲਾਂ ਗੁਰੂ ਨਾਨਕ ਦੇਵ ਜੀ ਦੀ ਮਿੱਠੀ ਰਸਨਾ ਤੋਂ ਇਹਨਾਂ ਨੇ ਸੁਣੀਆਂ ਤੇ ਇਹ ਉਹਨਾਂ ਦੀ ਸੰਗਤ ਵਿੱਚ ਜਾ ਕੇ ਬਹਿ ਗਏ। ਇਹ ਪਹਿਲੀ ਮਿਲਣੀ ਜਿਹੜੀ ਸੀ ਜੀ, ਉਹ ਸੰਗਤ ਜਦੋਂ ਜਾ ਕੇ ਬਹਿ ਗਏ ਤੇ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਨਿਤਨੇਮ ਜਿਹੜਾ ਸੀ ਉਹਨੂੰ ਸੰਪੂਰਨ ਕੀਤਾ ਜੀ ਤੇ ਸਾਰੀਆਂ ਸੰਗਤਾਂ ਉੱਠ ਕੇ ਚਲੀ ਗਈਆਂ ਜੀ ਆਪੋ ਆਪਣੇ ਘਰਾਂ ਨੂੰ। ਪਰ ਇਹ ਬਾਬਾ ਬੂੜਾ ਜੀ ਆਪਾਂ ਕਹਿੰਦੇ ਆ ਪਹਿਲਾਂ, ਇਹ ਬੂੜਾ ਜੀ ਉੱਥੇ ਹੀ ਇਹਨਾਂ ਦੀ ਇੰਨੀ ਲਿਵ ਲੱਗ ਗਈ ਕਿ ਗੁਰੂ ਮਹਾਰਾਜ ਦੇ ਚਰਨਾਂ ਤੋਂ ਉੱਠੇ ਹੀ ਨਾ। ਫਿਰ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ, ਇਹਨਾਂ ਦਾ ਨਾਂ ਪੁੱਛਿਆ, ਇਹਨਾਂ ਦੇ ਪਿਤਾ ਦਾ ਨਾਂ ਪੁੱਛਿਆ, ਰਹਿਣ ਸਹਿਣ ਬਾਰੇ ਪੁੱਛਿਆ ਜੀ। ਤੇ ਇਹ ਅਖੀਰ ਉਹਨਾਂ ਪੁੱਛਿਆ ਵੀ ਬਾਕੀ ਸੰਗਤਾਂ ਨੇ ਸਾਰੀਆਂ ਚੱਲ ਗਈਆਂ ਜੀ ਤੇ ਕਾਕਾ ਤੂੰ ਕਿਉਂ ਨਹੀਂ ਗਿਆ? ਹੈ ਅਰੇ ਛੋਟੀ ਤੋਰੀ ਉਮਰ ਬਾਲਕ ਆ। ਉਮਰ ਕਿੰਨੀ ਸੀ ਉਸ? 12 ਸਾਲ ਜੀ। 12 ਸਾਲ ਦੀ ਉਮਰ ਸੀ ਜੀ। ਤੇ ਇਹ ਕਹਿੰਦੇ ਆ ਵੀ ਗੁਰੂ ਜੀ ਗੱਲ ਇਹ ਆ ਵੀ ਮੇਰੀ ਆਤਮਾ ਨੂੰ ਬੜੀ ਸ਼ਾਂਤੀ ਮਿਲੀ ਆ ਤੁਹਾਡੀ ਗੱਲ ਸੁਣ ਕੇ। ਤੇ ਜਿਸ ਮੈਂ ਭਾਲ ਵਿੱਚ ਹੈਗਾ ਸਾਂ ਉਹ ਭਾਲ ਮੇਰੀ ਲਗਭਗ ਪੂਰੀ ਹੋ ਗਈ ਆ ਜੀ। ਆਂਦੇ ਕਾਕਾ ਤੂੰ ਕੀ ਭਾਲ ਕਰਦਾ ਸਾਂ? ਆਂਦੇ ਜੀ ਇੱਕ ਦਿਨ ਨਾ ਸਾਖੀ ਇਤਿਹਾਸ ਵਿੱਚ ਲਿਖਿਆ ਵਾ ਵੀ ਇੱਕ ਦਿਨ ਮੇਰੀ ਮਾਤਾ ਨੇ ਮੈਨੂੰ ਕਿਹਾ, ਉਹਨਾਂ ਦਿਨਾਂ ਚੁੱਲ੍ਹੇ ਹੁੰਦੇ ਸੀ ਰੋਟੀਆਂ ਪਕਾਉਣ ਵਾਸਤੇ, ਘਰ ਦਾ ਜਿਹੜਾ ਕੰਮ ਰਸੋਈ ਦਾ ਕਰਨ ਵਾਸਤੇ ਜੀ। ਤੇ ਉਹ ਆਂਦੇ ਮੈਨੂੰ ਕਹਿੰਦੇ ਆ ਵੀ ਚੁੱਲ੍ਹੇ ਵਿੱਚ ਦਾ ਅੱਗ ਡਾ ਜੀ। ਤੇ ਮੈਂ ਉਹ ਛੋਟੀਆਂ ਲੱਕੜਾਂ ਵੱਡੀਆਂ ਲੱਕੜਾਂ ਸਾਰੀਆਂ ਚੁੱਲ੍ਹੇ ਦੇ ਵਿੱਚ ਡਾਈ ਗਿਆ ਜੀ। ਤੇ ਮੈਂ ਵੇਖਿਆ ਗੁਰੂ ਜੀ ਵੀ ਜਿਹੜੀ ਛੋਟੀ ਲੱਕੜਾਂ ਸੀ ਨਾ ਜੀ, ਉਹਨਾਂ ਨੂੰ ਬੜੀ ਛੇਤੀ ਅੱਗ ਲੱਗਦੀ ਸੀ ਜੀ ਤੇ ਵੱਡੀਆਂ ਨੂੰ ਬਾਅਦ ਚ ਲੱਗਦੀ ਸੀ। ਤੇ ਮੇਰੇ ਮਨ 'ਚ ਡਰ ਪੈਦਾ ਹੋ ਗਿਆ ਕਿ ਮੈਂ ਵੀ ਛੋਟਾ ਬਾਲਕ ਆ ਜੀ, ਕਿ ਇਸੇ ਤਰ੍ਹਾਂ ਮੌਤ ਦੀ ਮੈਂ ਪਕੜ 'ਚ ਨਾ ਆ ਜਾ ਜੀ। ਜਿਹੜੀ ਮੌਤ ਰੂਪੀ ਅੱਗ ਆ ਉਹਦੀ ਪਕੜ 'ਚ ਨਾ ਆ ਜਾ ਜੀ। ਤੇ ਮੈਂ ਇਹ ਜਿਹੜੀ ਆ ਉਹ ਡਰ ਜਿਹੜਾ ਸੀ ਉਹ ਮੇਰੇ ਮਨ 'ਚੋਂ ਤੁਹਾਡੀ ਬਾਣੀ ਸੁਣ ਕੇ ਜਿਹੜੇ ਸੀ ਉਹ ਨਿਕਲ ਗਿਆ ਜੀ ਜੀ ਜੀ। ਮੇਰਾ ਖਿਆਲ ਹੈ ਵੀ ਗਿੱਲ ਸਾਹਿਬ ਆਪਾਂ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਉਹ 7 ਸਾਲ ਦੇ 9 ਸਾਲ ਦੀ ਉਮਰ ਸੀ ਸਿਰਫ, ਉਹਨਾਂ ਦੇ ਨਾਂ ਨਾਲ ਵੀ ਬਾਬਾ ਲੱਗਾ ਵਾ ਜੀ। ਤੇ ਬਾਬਾ ਆਪ ਉਸ ਨੂੰ ਕਹਿੰਦੇ ਆ ਜਿਹੜਾ ਬਜ਼ੁਰਗ ਹੋਵੇ, ਸਿਆਣੀ ਉਮਰ ਦਾ ਹੋਵੇ ਤੇ ਗੁਰਮਤਿ ਵਿੱਚ ਰੂਹਾਨੀਅਤ ਵਿੱਚ ਬਾਬਾ ਉਸ ਨੂੰ ਕਹਿੰਦੇ ਆ ਜਿਹਦੀ ਰੂਹ ਆਤਮਾ ਜਿਹੜੀ ਆ ਨਾ ਉਹ ਅਕਾਲ ਪੁਰਖ ਨਾਲ ਮਿਲ ਜਾਵੇ ਜੀ। ਤੇ ਇਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਵੀ ਬਾਲਕ ਤੇਰੀ ਉਮਰ ਤੇ ਬੜੀ ਛੋਟੀ ਆ ਜੀ ਤੇ ਗੱਲਾਂ ਤੂੰ ਬੁੱਢਿਆਂ ਵਾਲੀਆਂ ਕਰਦਾ ਵਾ। ਉਹ ਗੱਲ ਸੁਣ ਕੇ ਤੇ ਸਾਰੀ ਸੰਗਤ ਨੇ ਫਿਰ ਬੂੜਾ ਜੀ ਨੂੰ ਫਿਰ ਬੁੱਢਾ ਜੀ ਕਹਿਣਾ ਸ਼ੁਰੂ ਕਰ ਦਿੱਤਾ ਜੀ ਜੀ ਜੀ। ਅਗਲੇ ਦਿਨ ਇਹ ਬੁੱਢਾ ਜੀ ਫਿਰ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਆਏ ਜੀ। ਉਹਨਾਂ ਵੀ ਗੁਰੂ ਨਾਨਕ ਦੇਵ ਜੀ ਦੀ ਸੰਗਤ ਕੀਤੀ ਜੀ। ਨਾਮ ਬਾਣੀ ਦਾ ਅੰਮ੍ਰਿਤ ਰੂਪੀ ਜਿਹੜਾ ਸੀ ਉਹਨਾਂ ਨੇ ਰਸ ਪੀਤਾ ਜੀ। ਤੇ ਉਹ ਗੁਰੂ ਨਾਨਕ ਦੇਵ ਜੀ ਨੇ ਪੁੱਛਿਆ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇਹ ਤੁਹਾਡਾ ਬਾਲਕ ਆ ਜੀ? ਆਂਦੇ ਜੀ ਹੁਣ ਤੇ ਤੁਹਾਡਾ ਹੀ ਆ ਜੀ। ਇਹ ਘਰ ਜਾ ਕੇ ਜੋ ਇਹਨੇ ਕੱਲ ਗੱਲਾਂ ਕੀਤੀਆਂ ਸਾਨੂੰ ਲੈ ਕੇ ਆਏ ਤੇ ਸਾਨੂੰ ਇਹ ਆ ਵੀ ਹੁਣ ਇਹ ਤੁਹਾਡੀ ਸੰਗਤ ਦੇ ਵਿੱਚ ਪੱਕਾ ਹੀ ਰਹੂਗਾ ਜੀ ਤੇ ਇਹ ਹੁਣ ਤੁਹਾਡਾ ਹੀ ਆ। ਤੇ ਫਿਰ ਉਸ ਦਿਨ ਤੋਂ ਬਾਅਦ ਗੁਰੂ ਨਾਨਕ ਦੇਵ ਜੀ
ਜਿੰਨਾ ਚਿਰ ਉੱਥੇ ਕੀਰਤਨ ਹੁੰਦਾ ਸੀ ਪੂਰੀ ਹਾਜ਼ਰੀ ਭਰਦੇ ਸੀ ਜੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਫਿਰ ਉੱਥੋਂ ਕਰਤਾਰਪੁਰ ਚਲ ਗਏ ਜੀ। ਤੇ ਬਾਬਾ ਬੁੱਢਾ ਜੀ ਵੀ ਨਾਲ ਹੀ ਉੱਥੇ ਚਲੇ ਗਏ। ਜੀ 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 ਉੱਥੇ ਕਰਤਾਰਪੁਰ ਧਰਮਸ਼ਾਲ ਬਣਾਈ ਸੀ ਗੁਰੂ ਨਾਨਕ ਦੇਵ ਜੀ ਨੇ। ਉੱਥੇ ਸੰਗਤਾਂ ਆਉਂਦੀਆਂ ਸੀ, ਨਾਮ ਬਾਣੀ ਦਾ ਜਾਪ ਹੁੰਦਾ ਸੀ, ਸਿਮਰਨ ਹੁੰਦਾ ਸੀ, ਲੰਗਰ ਚੱਲਦਾ ਸੀ, ਸਫਾਈ ਹੁੰਦੀ ਸੀ, ਖੇਤੀਬਾੜੀ ਹੁੰਦੀ ਸੀ ਤੇ ਬਾਬਾ ਬੁੱਢਾ ਜੀ ਨੇ ਫਿਰ ਉਹਨਾਂ ਦੇ ਸਾਰਿਆਂ ਕੰਮਾਂ ਦੇ ਵਿੱਚ ਜਿਹੜਾ ਸੀ ਉਹ ਦਿਲੋਂ ਮਨੋਂ ਬੜੀ ਸਿਦਕ ਦਿਲੀ ਦੇ ਨਾਲ ਜੀ ਉਸ ਵਿੱਚ ਸੇਵਾ ਕਰਨੀ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ। ਜੀ। ਬਾਹਰ ਖੇਤੀਬਾੜੀ ਦਾ ਕੰਮ ਵੀ ਕਰਦੇ ਸੀ, ਧਰਮਸ਼ਾਲ ਦੀ ਸਾਫ ਸਫਾਈ, ਧਰਮਸ਼ਾਲ 'ਚ ਆਈਆਂ ਸੰਗਤਾਂ ਦੀ ਪੱਖਾ ਝੱਲਣਾ, ਜੀ। ਉਹਨਾਂ ਨੂੰ ਜਲ ਛਕਾਉਣਾ, ਉਹਨਾਂ ਨੂੰ ਲੰਗਰ ਪਾਣੀ ਛਕਾਉਣਾ ਤੇ ਗੁਰੂ ਨਾਨਕ ਦੇਵ ਜੀ ਕੋਲ ਜੋ ਬਾਣੀ ਸੀ ਉਹ ਇਹਨਾਂ ਨੇ ਸਿੱਖਣੀ ਸ਼ੁਰੂ ਕਰ ਦਿੱਤੀ, ਲਿਖਣੀ ਸ਼ੁਰੂ ਕਰ ਦਿੱਤੀ ਤੇ ਉੱਥੇ ਰਹਿੰਦਿਆਂ ਇਹਨਾਂ ਨੂੰ ਕਾਫੀ ਜਿਹੜੀ ਬਾਣੀ ਸੀ ਉਹ ਕੰਠ ਹੋ ਗਈ ਸੀ ਤੇ ਉਹ ਹਿਰਦੇ 'ਚ ਵੀ ਵਸ ਗਈ ਸੀ। ਗੁਰੂ ਸਾਹਿਬ ਨੂੰ ਆਪਣਾ ਜੀਵਨ ਜਿਹੜਾ ਆ ਉਹ ਸਮਰਪਿਤ ਕਰ ਦਿੱਤਾ ਸੀਗਾ, ਸਮਰਪਿਤ ਕਰ ਦਿੱਤਾ। ਅਣਖੀ ਸਾਹਿਬ ਜਦੋਂ ਫਿਰ ਲੰਮਾ ਸਭਾ ਸੇਵਾਵਾਂ ਜਿਹੜੀਆਂ ਕੀਤੀਆਂ ਤੇ ਫਿਰ ਗੁਰੂ ਨਾਨਕ ਪਾਤਸ਼ਾਹ ਨੇ ਖੁਸ਼ ਹੋ ਕੇ ਉਹਨਾਂ ਨੂੰ ਕਿਹੜੀਆਂ ਬਖਸ਼ਿਸ਼ਾਂ ਜਿਹੜੀਆਂ ਆ ਉਹ ਕੀਤੀਆਂ? ਗਿੱਲ ਸਾਹਿਬ ਉੱਥੋਂ ਦਾ ਮੁੜ ਕੇ ਕਰਤਾਰਪੁਰੋਂ ਹੀ ਜੀ ਥੋੜੇ ਦਿਨਾਂ ਬਾਅਦ ਗੁਰੂ ਨਾਨਕ ਦੇਵ ਜੀ ਚੌਥੀ ਦਾਸੀ ਤੇ ਚਲੇ। ਜੀ ਜਦੋਂ ਚਲੇ ਤੇ ਜਿਹੜਾ ਮਗਲਾ ਧਰਮਸ਼ਾਲ ਦਾ ਜਾਂ ਘਰ ਦਾ ਜਾਂ ਖੇਤੀਬਾੜੀ ਦਾ ਸਾਰਾ ਕੰਮ ਸੀ ਇਹਨਾਂ ਨੂੰ ਸੌਂਪ ਗਏ ਜੀ ਤੇ ਇਹਨਾਂ ਦੀ ਉਹਨਾਂ ਨਾਲ ਇੰਨੀ ਰੂਹਾਨੀ ਖਿੱਚ ਪੈਦਾ ਹੋ ਗਈ ਸੀ ਕਿ ਜਦੋਂ ਗੁਰੂ ਜੀ ਚੱਲੇ ਤੇ ਇਹਨਾਂ ਦਾ ਮਨ ਭਾਵਕ ਬੜਾ ਹੋ ਗਿਆ। ਜੀ ਆਂਦੇ ਆ ਗੁਰੂ ਜੀ ਮੈਂ ਤੁਹਾਡੇ ਬਗੈਰ ਕਿਸ ਤਰ੍ਹਾਂ ਰਹੂੰਗਾ, ਮੈਂ ਤੁਹਾਡੇ ਦਰਸ਼ਨ ਕੀਤੇ ਬਗੈਰ ਰਹਿ ਨਹੀਂ ਸਕਦਾ। ਜੀ ਉਸ ਵੇਲੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਤੇ ਬਹੁਤ ਵੱਡੀ ਕਿਰਪਾ ਕੀਤੀ। ਜੀ ਬੁੱਢਿਆ ਤੇ ਇੱਥੋਂ ਓਲੇ ਨਾ ਹੋਸਾ, ਜੀ ਤੂੰ ਮੈਨੂੰ ਜਦੋਂ ਯਾਦ ਕਰੇਂਗਾ ਮੈਂ ਤੇਰੇ ਅੰਗ ਸੰਗ ਆ, ਤੇਰੇ ਰੂਹ ਵਿੱਚ ਆ, ਤੇਰੇ ਸਹਾਈ ਆ, ਤੂੰ ਮੈਨੂੰ ਜਦੋਂ ਯਾਦ ਕਰੇਂਗਾ ਮੈਂ ਤੇਰੇ ਸਾਹਮਣੇ ਹੋਊਂਗਾ। ਜੀ ਤੇ ਇਹ ਫਿਰ ਇਹ ਸੱਚਮੁੱਚ ਹੀ ਜਿਹੜੀ ਸੀ ਬਾਅਦ ਵਿੱਚ ਮੈਂ ਤੁਹਾਨੂੰ ਫਿਰ ਇੱਕ ਸਾਖੀ ਸੁਣਾਉਂਗਾ, ਉਹਦੇ ਵਿੱਚ ਇਹ ਗੱਲ ਪੂਰੀ ਤਰ੍ਹਾਂ ਪ੍ਰਗਟ ਹੋ ਜੂਗੀ ਵੀ ਜੋ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਬੁੱਢਿਆ ਤੇਰੇ ਤੋਂ ਓਲੇ ਨਾ ਹੋਸਾਂ, ਇਹ ਗੱਲ ਸੱਚੀ ਮੁੱਚੀ ਰਹੀ ਆ। ਗੁਰੂ ਨਾਨਕ ਦੇਵ ਜੀ ਖੁਦ ਤੇ ਜਾਂ ਗੁਰੂ ਨਾਨਕ ਦੇਵ ਜੀ ਨੇ ਜਿਨ੍ਹਾਂ ਗੁਰੂ ਸਾਹਿਬਾਨ ਦੇ ਵਿੱਚ ਆਪਣੀ ਜਿਹੜੀ ਸੀ ਜੋਤ ਪ੍ਰਵੇਸ਼ ਕੀਤੀ ਉਹ ਕਦੀ ਬਾਬਾ ਬੁੱਢਾ ਜੀ ਤੋਂ ਓਲੇ ਨਹੀਂ ਹੋਏ। ਬਿਲਕੁਲ। ਅਣਖੀ ਸਾਹਿਬ ਆਪਣਾ ਸਮਾਂ ਜਿਹੜਾ ਉਹਦੇ ਦਾਇਰੇ 'ਚ ਰਹਿੰਦਿਆਂ ਹੋਇਆ ਹੀ ਸਾਨੂੰ ਇਹ ਗੱਲਬਾਤ ਜਿਹੜੀ ਉਹ ਕਰਨੀ ਪੈਣੀ। ਮੈਂ ਅਗਲਾ ਜਿਹੜੀ ਗੱਲ ਆ ਉਹ ਇਹ ਪੁੱਛਣੀ ਚਾਹੁੰਦਾ ਹਾਂ ਕਿ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਬਾਬਾ ਜੀ ਤੋਂ ਗੁਰਿਆਈ ਸਮੇਂ ਜਿਹੜੀ ਸੇਵਾ ਸੀਗੀ ਉਹ ਕਿਹੜੀ ਲਈ ਸੀਗੀ? ਗਿੱਲ ਸਾਹਿਬ 1532 ਵਿੱਚ ਜੀ ਭਾਈ ਲਹਿਣਾ ਜੀ ਵੀ ਕਰਤਾਰਪੁਰ ਆ ਗਏ ਸੀ। ਜੀ ਭਾਈ ਲਹਿਣਾ ਜੀ ਵੀ ਇਸੇ ਤਰ੍ਹਾਂ ਸਮਰਪਿਤ ਸੀ। ਜੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਸਾਰੀ ਲਿਖੀ ਸੀ, ਲਿਖ ਕੇ ਸਮਝੀ ਵੀ ਸੀ ਜੀ ਤੇ ਆਪਣਾ ਜਿਹੜਾ ਆਪ ਸੀ ਉਹਨਾਂ ਦਾ ਅੰਤਰਾਤਮਾ ਜੀ ਉਸ ਨੂੰ ਬਾਣੀ ਮੁਤਾਬਕ ਉਹਨਾਂ ਢਾਲ ਲਿਆ ਸੀ। ਜੀ ਜੀ ਫਿਰ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣਾ ਵਾਰਸ ਜਾਨਸ਼ੀਨ ਜੀ ਥਾਪੜ ਵੇਲੇ ਉਹਨਾਂ ਨੇ ਆਪਣੇ ਬੱਚੇ ਜਿਹੜੇ ਸੀ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ ਉਹਨਾਂ ਦੀ ਵੀ ਪਰਖ ਪੜਚੋਲ ਕੀਤੀ ਜੀ, ਪਰੰਤੂ ਅਖੀਰ ਉਹਨਾਂ ਨੇ ਇਹ ਵੇਖਿਆ ਵੀ ਇਸ ਮਾਰਗ ਨੂੰ ਇਸ ਪੰਥ ਨੂੰ ਅੱਗੇ ਚਲਾਉਣ ਵਾਸਤੇ ਜਿਹੜੇ ਸਭ ਤੋਂ ਯੋਗ ਆ ਉਹ ਆ ਭਾਈ ਲਹਿਣਾ ਜੀ। ਉਹਨਾਂ ਇਹ ਜਦੋਂ ਗੁਰਗੱਦੀ ਬਖਸ਼ੀ ਭਾਈ ਲਹਿਣਾ ਜੀ ਨੂੰ ਆਪ ਉਹਨਾਂ ਨੇ 5 ਪੈਸੇ ਉਹਨਾਂ ਦੇ ਅੱਗੇ ਰੱਖ ਕੇ ਨਾਰੀਅਲ ਅੱਗੇ ਰੱਖ ਕੇ ਤੇ ਉਹਨਾਂ ਦੀ ਪਰਿਕਰਮਾ ਕਰਕੇ ਉਹਨਾਂ ਨੇ ਅੱਗੇ ਮੱਥਾ ਟੇਕਿਆ ਤੇ ਬਾਬਾ ਬੁੱਢਾ ਜੀ ਨੂੰ ਇਹ ਸੁਭਾਗ ਬਖਸ਼ਿਆ ਕਿ ਬੁੱਢਾ ਜੀ ਗੁਰਾਈ ਤਿਲਕ ਤੁਸੀਂ ਲਾਓ ਜੀ। ਤੇ ਬਾਬਾ ਬੁੱਢਾ ਜੀ ਨੇ ਗੁਰਾਈ ਤਿਲਕ ਬਖਸ਼ ਕੇ ਤੇ ਗੁਰੂ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਬਣਾਤਾ। ਪਰੰਤੂ ਉਸ ਵੇਲੇ ਨਾ ਕੁਝ ਇਹੋ ਜਿਹਾ ਮਾਹੌਲ ਉੱਥੇ ਪੈਦਾ ਹੋ ਗਿਆ ਸੀ ਵੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਤਾਂ ਲਹਿਣਾ ਜੀ ਨੂੰ ਵੀ ਤੁਸੀਂ ਖਡੂਰ ਸਾਹਿਬ ਚਲ ਜਾਓ। ਫਿਰ ਉੱਥੇ ਉਹ ਖਡੂਰ ਸਾਹਿਬ ਆ ਗਏ ਜੀ ਤੇ ਲਹਿਣਾ ਦੀ ਦਾ ਕਰਦਾ ਨਹੀਂ ਸੀ ਉੱਥੋਂ ਆਉਣ ਨੂੰ, ਕਿਉਂਕਿ ਗੁਰੂ ਨਾਨਕ ਦੇਵ ਦੀ ਸੰਗਤ ਛੱਡਣੀ ਕਿਹੜੀ ਸੌਖੀ ਆ ਵੈਸੇ, ਜਿਨ੍ਹਾਂ ਨੇ ਉਹਨਾਂ ਦਾ ਜਿਹੜਾ ਅੰਤਰ ਆਤਮਾ ਜਿਹੜਾ ਬਿਲਕੁਲ ਹੀ ਰਿਫਾਰਮ ਕਰ ਦਿੱਤਾ ਸੀ, ਬਿਲਕੁਲ ਹੀ ਚੇਂਜ ਕਰ ਦਿੱਤਾ ਸੀ, ਅਕਾਲ ਪੁਰਖ ਦੇ ਆਸ਼ੇ ਮੁਤਾਬਕ ਕਰ ਦਿੱਤਾ ਸੀ, ਉਸ ਗੁਰੂ ਜੀ ਨੂੰ ਛੱਡਣਾ ਔਖਾ ਤੇ ਬੜਾ ਸੀ ਪਰ ਉਹਨਾਂ ਹੁਕਮ ਮੰਨਣਾ ਪੈਣਾ ਸੀ। ਬਿਲਕੁਲ। ਖਡੂਰ ਸਾਹਿਬ ਉਹਨਾਂ ਦੀ ਭੂਆ ਰਹਿੰਦੀ ਸੀ ਮਾਈ ਭਰਾਈ, ਉਹਨਾਂ ਦੇ ਘਰ ਆਣ ਕੇ ਉਹ ਭਗਤੀ ਲੀਨ ਹੋ ਗਏ ਤੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਇਹਦੇ ਬਾਰੇ ਦੱਸਿਓ ਨਾ ਕਿਸੇ ਨੂੰ ਕਿ ਮੈਂ ਇੱਥੇ ਹਾਂ। ਤੇ ਉਸੇ ਵਿਯੋਗ ਦੀ ਅਵਸਥਾ ਵਿੱਚ
ਬਾਬਾ ਬੁੱਢਾ ਜੀ ਵੀ ਰਮਦਾਸ ਆ ਗਏ। ਜੀ ਉਹਨਾਂ ਨੇ ਆਪਣਾ ਉੱਥੇ ਲਾਗੇ ਪਿੰਡ ਰਮਦਾਸ ਵਸਾ ਲਿਆ ਸੀ ਉਹਨਾਂ ਦਿਨਾਂ ਦੇ ਵਿੱਚ। ਜੀ ਤੇ ਉਹ ਫਿਰ ਸੰਗਤ ਜਿਹੜੀ ਸੀ ਉਹ ਬਾਬਾ ਬੁੱਢਾ ਜੀ ਪਾਸ ਆਈ ਵੀ ਤੁਹਾਡੇ ਤੋਂ ਸਿਵਾ ਗੁਰੂ ਅੰਗਦ ਦੇਵ ਜੀ ਬਾਰੇ ਹੋਰ ਕਿਸੇ ਨੂੰ ਪਤਾ ਨਹੀਂਗਾ, ਜੀ ਤੁਸੀਂ ਸਾਡਾ ਮਿਲਾਪ ਕਰਾਓ। ਅਸੀਂ ਤੇ ਬਿਬਲ ਉੱਠੇ ਆ ਉਹਨਾਂ ਦੇ ਦਰਸ਼ਨ ਕਰਨ ਵਾਸਤੇ, ਉਹਨਾਂ ਦੇ ਮੁਖਾਰਬਿੰਦ ਤੋਂ ਗੁਰੂ ਸਿੱਖਿਆ, ਗੁਰੂ ਸਿਧਾਂਤ, ਗੁਰਬਾਣੀ ਸੁਣਨ ਵਾਸਤੇ, ਤੇ ਸਾਨੂੰ ਮਿਲਾਓ ਉਹਨਾਂ ਨੂੰ। ਜੀ ਫਿਰ ਬਾਬਾ ਬੁੱਢਾ ਜੀ ਉੱਥੇ ਖਡੂਰ ਸਾਹਿਬ ਗਏ। ਜੀ ਇਹਨਾਂ ਨੂੰ ਪਤਾ ਸੀ ਵੈਸੇ, ਤੇ ਮਾਈ ਭਰਾਈ ਦੇ ਘਰ ਗਏ ਤੇ ਇਹਨਾਂ ਨੇ ਪੁੱਛਿਆ ਮਾਤਾ ਜੀ ਗੁਰੂ ਜੀ ਇੱਥੇ ਹੀ ਆ ਨਾ? ਮਾਤਾ ਜੀ ਬਹੁਤ ਨਾ ਬੋਲੇ, ਪਰ ਉਹਨਾਂ ਦੀ ਜਿਹੜੇ ਚਿਹਰੇ ਤੇ ਨੂਰ ਸੀ ਉਥੋਂ ਬਾਬਾ ਬੁੱਢਾ ਜੀ ਨੂੰ ਇਹ ਲੱਗ ਗਿਆ ਪਤਾ ਵੀ ਗੁਰੂ ਜੀ ਇੱਥੇ ਹੀ ਆ। ਜੀ 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 ਉਹਨਾਂ ਨੇ ਜਾ ਕੇ ਦਰਵਾਜ਼ਾ ਨਹੀਂ ਖੋਲਿਆ, ਮੰਗਾ ਕੇ ਰਬਾਬ ਜੀ ਤੇ ਸੰਗਤਾਂ ਨੂੰ ਕਹਿਤਾ ਵੀ ਗੁਰੂ ਨਾਨਕ ਦੀ ਬਾਣੀ ਦਾ ਤੁਸੀਂ ਕੀਰਤਨ ਕਰੋ। ਜੀ ਗੁਰੂ ਨਾਨਕ ਦੀ ਬਾਣੀ ਦਾ ਕੀਰਤਨ ਅੰਦਰ ਹੁੰਦਾ ਹੋਵੇ ਤੇ ਗੁਰੂ ਅੰਗਦ ਦੇਵ ਜੀ ਅੰਦਰ ਥੋੜਾ ਰਹਿ ਸਕਦੇ ਸੀ। ਜੀ 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 ਉਹ ਫਿਰ ਬਾਹਰ ਸੰਗਤ ਵਿੱਚ ਆਏ। ਜੀ ਸੰਗਤ ਵਿੱਚ ਆ ਕੇ ਉਹਨਾਂ ਨੇ ਫਿਰ ਜੋ ਸੰਗਤਾਂ ਨੇ ਬੇਨਤੀ ਕੀਤੀ ਜੀ ਹਾਂਜੀ ਉਹ ਉਹਨਾਂ ਪ੍ਰਵਾਨ ਕੀਤੀ। ਤੇ ਉਸ ਤੋਂ ਬਾਅਦ ਫਿਰ ਉੱਥੇ ਉਹਨਾਂ ਨੇ ਧਰਮਸ਼ਾਲ ਬਣਾ ਕੇ ਜਿਹੜਾ ਸੀ ਰੋਜ਼ ਨਿਤਨੇਮ ਗੁਰਬਾਣੀ ਦਾ ਜਿਹੜਾ ਸੀ ਉਹ ਕੰਮ, ਤੇ ਹੋਰ ਉਹਨਾਂ ਨੇ ਉੱਥੇ ਖਡੂਰ ਸਾਹਿਬ ਜਿਹੜੇ ਮਤਲਬ ਵੀ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ, ਉਹ ਉੱਥੇ ਉਹਨਾਂ ਦੀ ਕੁਸ਼ਤੀਆਂ ਲੜਾਉਣ ਦਾ ਕੰਮ ਉਹ ਕੀਤਾ। ਤੇ ਉੱਥੇ ਹੀ ਉਹਨਾਂ ਨੇ ਹਮਾਯੂ ਦਾ ਹੰਕਾਰ ਤੋੜਿਆ ਸੀ। ਤੇ ਹਮਾਯੂ ਤੁਹਾਨੂੰ ਪਤਾ ਨਾ ਭਜਦਾ ਖਡੂਰ ਸਾਹਿਬ ਆ ਗਿਆ ਸੀ, ਸ਼ੇਰ ਸ਼ਾਹ ਸੂਰੀ ਨੇ ਭਜਾਇਆ ਸੀ ਉਹਨੂੰ। ਤੇ ਗੁਰੂ ਸਾਹਿਬ ਦੇ ਆਪਣੇ ਕੰਮ 'ਚ ਰੁੱਝੇ ਸੀ, ਬੱਚਿਆਂ ਨੂੰ ਪੜ੍ਹਾ ਰਿਹਾ ਸੀ। ਉਹਨੇ ਵੇਖਿਆ ਵੀ ਮੈਂ ਬਾਦਸ਼ਾਹ ਵਾਂ, ਇਹਨਾਂ ਨੇ ਮੈਨੂੰ ਨਮਸਕਾਰ ਹੀ ਨਹੀਂ ਕੀਤੀ। ਉਹ ਕਿਰਪਾਨ ਉਹਨੇ ਜਦੋਂ ਕੱਢੀ ਤੇ ਗੁਰੂ ਅੰਗਦ ਦੇਵ ਜੀ ਨੇ ਕਹਿਤਾ ਵੀ ਜਿੱਥੇ ਕਿਰਪਾਨ ਕੱਢਣੀ ਲੋੜ ਉੱਥੇ ਤੇ ਕੋਈ ਨਿਕਲੀ ਨਾ, ਇੱਥੇ ਸੰਤਾਂ ਮਹਾਂਪੁਰਖਾਂ ਤਣ ਕੀਤੀ ਕਿਰਪਾਨ ਕੱਢਦਾ। ਤੇ ਇੱਥੇ ਫਿਰ ਇਹ ਜਿਹੜੇ ਆਪਣੇ ਗੁਰੂ ਅਮਰਦਾਸ ਜੀ ਬਾਅਦ 'ਚ ਬਣੇ ਆ, ਜਿਹੜੇ ਅਮਰਦਾਸ ਜੀ ਸੀ ਉਹਨਾਂ ਦਾ ਪਿੰਡ ਸੀ ਬਸਰਕੇ ਗਿੱਲਾਂ। ਬਸਰਕੇ ਗਿੱਲਾਂ ਜਿਹੜੇ ਭਾਈ ਜੇਠਾ ਸੀ ਜਿਹੜੇ ਉੱਥੇ ਬਾਅਦ 'ਚ ਬਣੇ ਗੁਰੂ ਰਾਮਦਾਸ ਜੀ, ਉਹਨਾਂ ਦਾ ਨਾਨਕਾ ਪਿੰਡ ਵੀ ਉਹ ਸੀ। ਅਮਰਦਾਸ ਜੀ ਵੀ ਉਹ ਵੀ ਰੂਹਾਨੀਅਤ ਦੇ ਰਸਤੇ 'ਤੇ ਚੱਲ ਰਿਹਾ ਸੀ, ਮਾਰਗ 'ਤੇ ਚੱਲ ਰਿਹਾ ਸੀ, ਤੇ ਉਹ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਹੁੰਦੇ ਸੀ। ਤੇ ਉਹਨਾਂ ਦੇ ਭਰਾ ਦੀ ਨੂੰਹ ਸੀ ਬੀਬੀ ਅਮਰੋ। ਬੀਬੀ ਅਮਰੋ ਜਿਹੜੀ ਸੀ ਉਹ ਗੁਰੂ ਅੰਗਦ ਦੇਵ ਜੀ ਦੀ ਬੇਟੀ ਸੀ। ਉਹ ਵੀ ਗੁਰਬਾਣੀ ਪੜ੍ਹਦੀ ਸੀ। ਇੱਕ ਦਿਨ ਬੀਬੀ ਅਮਰੋ ਦੁੱਧ ਰਿੜਕਣ ਡਈ ਸਵੇਰ ਉਦੋਂ ਘਰਾਂ 'ਚ ਇਹੋ ਕੰਮ ਹੁੰਦਾ ਸੀ ਵੀ ਜਿਹੜੀਆਂ ਸਾਡੀਆਂ ਘਰ ਦੀਆਂ ਬੀਬੀਆਂ ਔਰਤਾਂ ਸੀ ਸਵੇਰੇ ਉੱਠ ਕੇ ਪਹਿਲਾਂ ਦੁੱਧ ਹੀ ਰਿੜਕਦੀਆਂ ਸੀ, ਤੇ ਜਾਂ ਉਹਨਾਂ ਦਿਨਾਂ ਦੇ ਵਿੱਚ ਆਟਾ ਵੀ ਪੀਣੀਆਂ ਹੁੰਦੀਆਂ ਸੀ ਆਪਣੇ ਚੱਕੀਆਂ ਘਰਦਿਆਂ ਨਾਲ। ਉਹ ਦੁੱਧ ਰਿੜਕਣ ਡਈ ਤੇ ਨਾਲ ਗੁਰਬਾਣੀ ਪੜ੍ਹਨ ਡਈ, ਤੇ ਉਹ ਗੁਰਬਾਣੀ ਦੇ ਜਿਹੜੇ ਮਿੱਠੇ ਪਿਆਰੇ ਸ਼ਬਦ ਸੀ ਉਹ ਗੁਰੂ ਅਮਰਦਾਸ ਜੀ ਦੀਆਂ ਕੰਨਾਂ 'ਚ ਜਦੋਂ ਪਏ ਤੇ ਉਹਨਾਂ ਪੁੱਛਿਆ ਵੀ ਬੇਟਾ ਇਹ ਤੂੰ ਕਿਹਦੀ ਬਾਣੀ ਪੜ੍ਹਦੀ ਆ? ਉਹਨਾਂ ਆਖਿਆ ਵੀ ਇਹ ਗੁਰੂ ਨਾਨਕ ਦੇਵ ਜੀ ਦੀ ਬਾਣੀ ਆ, ਜਿਨ੍ਹਾਂ ਦੀ ਗੱਦੀ ਤੇ ਮੇਰੇ ਪਿਤਾ ਜੀ ਬੈਠੇ ਆ ਗੁਰੂ ਅਮਰਦਾਸ ਜੀ। ਤੇ ਫਿਰ ਇਹ ਵੀ ਉੱਥੇ ਖਡੂਰ ਸਾਹਿਬ ਚਲ ਗਏ ਤੇ ਮਤਲਬ ਗੁਰੂ ਅੰਗਦ ਦੇਵ ਜੀ ਦੀ ਫਿਰ ਇਹਨਾਂ ਨੇ ਲਗਭਗ 12 ਸਾਲ ਜਲ ਦੀ ਸੇਵਾ ਕੀਤੀ। ਹੋਰ ਗੁਰੂ ਘਰ ਦੀ ਜੋ ਸੇਵਾ, ਲੰਗਰ ਪਾਣੀ ਦੀ ਸੇਵਾ, ਸੰਗਤਾਂ ਦੀ ਸੇਵਾ, ਗੁਰਬਾਣੀ ਨੂੰ ਪੜ੍ਹਨ ਦੀ ਸੇਵਾ, ਗੁਰਬਾਣੀ ਸੰਥਿਆ ਲੈਣ ਦੀ ਸੇਵਾ, ਇਹ ਸਾਰੀ ਗੁਰੂ ਸਾਹਿਬ ਉੱਥੇ ਰਹਿ ਕੇ ਕਰਦੇ ਰਹੇ। ਤੇ ਫਿਰ ਜਦੋਂ ਇਹ ਗੁਰੂ ਅੰਗਦ ਦੇਵ ਜੀ ਨੇ ਆਪਣਾ ਆਖਰੀ ਸਮਾਂ ਨੇੜੇ ਆਉਂਦਾ ਵੇਖਿਆ ਤੇ ਉਹਨਾਂ ਨੇ ਵੀ ਫਿਰ ਬਿਲਕੁਲ ਜਾਨਸ਼ੀਨ ਆਪਣੇ ਸਮਝ ਕੇ ਯੋਗ ਤੇ ਗੁਰੂ ਅਮਰਦਾਸ ਜੀ ਨੂੰ ਜਦੋਂ ਗੁਰਗੱਦੀ ਬਖਸ਼ੀ ਤੇ ਉਹਨਾਂ ਵੀ ਬਾਬਾ ਬੁੱਢਾ ਜੀ ਨੂੰ ਇਹ ਸੁਭਾਗ ਬਖਸ਼ਿਆ ਕਿ ਤੁਸੀਂ ਗੁਰਗੱਦੀ ਦਾ ਤਿਲਕ ਤੁਸੀਂ ਇਹਨਾਂ ਨੂੰ ਲਾਓ। ਅਣਖੀ ਸਾਹਿਬ, ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਆ ਕਿ ਉਹਨਾਂ ਨੂੰ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਵੱਲੋਂ ਹੀ ਬਾਅਦ ਦੇ ਵਿੱਚ ਜਿਹੜਾ ਉਹ ਪ੍ਰਗਟ ਕੀਤਾ ਗਿਆ ਸੀ। ਇਤਿਹਾਸਕ ਜ਼ਿਕਰ ਜਿਹੜੇ ਮਿਲਦੇ ਆ ਉਹ ਤਾਂ ਦੱਸਿਆ ਨਾ ਵੀ ਗੁਰੂ ਅੰਗਦ ਦੇਵ ਜੀ ਦੇ 2 ਲੜਕੇ ਸੀ, ਭਾਈ ਦਾਤੂ ਜੀ ਤੇ ਭਾਈ ਦਾਸੂ ਜੀ। ਉਹਨਾਂ ਦੀ ਇੱਛਾ ਵੀ ਅਸੀਂ ਗੁਰੂ ਬਣੀਏ, ਵੀ ਗੁਰੂਆਂ ਦੇ ਬੱਚੇ ਅਸੀਂ ਆ, ਪਰੰਤੂ ਉਹਨਾਂ ਨੇ ਬਣਾਤਾ ਗੁਰੂ ਅਮਰਦਾਸ ਜੀ ਨੇ, ਕਿਉਂਕਿ ਗੁਰੂ ਪੰਥ ਦਾ ਜਿਹੜਾ ਪੰਧ ਆ ਮਾਰਗ ਜਿਹੜਾ ਨਾ ਗੁਰਮਤਿ ਦਾ ਪੰਧ ਉਹ ਵੱਖਰਾ ਸੀ ਥੋੜਾ ਜਿਹਾ। ਇਹ ਨਹੀਂ ਸੀ ਵੀ ਬਾਪ ਦਾ ਗੱਦੀ ਪੁੱਤ ਨੇ ਲੈਣੀ ਆ। ਤੇ ਇਸੇ ਕਰਕੇ ਫਿਰ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕਹਿ ਦਿੱਤਾ ਸੀ। ਵੈਸੇ ਪਹਿਲਾਂ ਹੀ ਭਾਈ ਗੋਂਦਾ ਸੀ ਲਾਗੇ ਪਿੰਡ ਸੀ ਤੇ ਉਹਨੇ ਬੇਨਤੀ ਕੀਤੀ ਸੀ ਤੇ ਤੁਸੀਂ ਮੇਰਾ ਪਿੰਡ ਇੱਥੇ ਆਣ ਕੇ ਵਸਾਓ। ਤੇ ਉਹ ਗੋਂਦਵਾਲ ਦੇ ਜਿਹੜਾ ਨਹੀਂ ਸੀ ਗੁਰੂ ਅਮਰਦਾਸ ਜੀ ਨੇ ਉਹ ਵੀ ਬਾਬਾ ਬੁੱਢੇ ਜੀ ਕੋਲ ਰਖਾਈ ਸੀ। ਤੇ ਉੱਥੇ ਫਿਰ ਧਰਮਸ਼ਾਲ ਬਣਾਉਣ ਵਾਸਤੇ, ਸੰਗਤਾਂ ਦੇ ਪਾਣੀ ਦੀ ਸੇਵਾ ਵਾਸਤੇ ਉਹਨਾਂ ਨੇ ਬੌਲੀ ਸਾਹਿਬ ਦੀ ਜਿਹੜੀ ਸੀ ਉਹ ਵੀ ਸੇਵਾ ਸ਼ੁਰੂ ਕਰਵਾਈ। ਤੇ ਬੌਲੀ ਸਾਹਿਬ ਦਾ ਪਹਿਲਾ ਟੱਪ ਵੀ ਲਾਉਣ ਦਾ ਸੁਭਾਗ ਜਿਹੜਾ ਸੀ ਉਹ ਬਾਬਾ ਬੁੱਢਾ ਜੀ ਨੂੰ ਜਿਹੜਾ ਦਿੱਤਾ ਸੀ। ਤੇ ਇੰਜ ਗੱਲ ਹੋਈ ਵੀ ਇੱਕ ਦਿਨ ਗੁਰੂ ਅਮਰਦਾਸ ਜੀ ਨਿਤਨੇਮ ਕਰ ਰਿਹਾ ਸੀ
ਤੇ ਦਸ ਨੂੰ ਬੜਾ ਗੁੱਸਾ ਚੜਿਆ। ਉਹਨੇ ਨਾ ਗੁਰੂ ਅਮਰਦਾਸ ਜੀ ਨੂੰ ਜਾ ਕੇ ਲੱਤ ਮਾਰਤੀ ਤੇ ਵੀ ਇੱਥੋਂ ਚਲ ਜਾਓ ਤੁਸੀਂ, ਇਹ ਸਾਡੇ ਬਾਪ ਦੀ ਗੱਦੀ ਆ, ਇਹਦੇ ਵਾਰਸ ਅਸੀਂ। ਉਹਨਾਂ ਦੀ ਤੁਸੀਂ ਨਿਮਰਤਾ ਵੇਖੋ ਜੀ, ਉਹਨਾਂ ਨੇ ਉਹਨਾਂ ਦੀ ਲੱਤ ਫੜ ਲਈ ਜੀ। ਕਹਿੰਦੇ ਦਾਸੂ ਜੀ, ਦਾਤੂ ਜੀ, ਵੀ ਮੇਰੇ ਦੇ ਸਰੀਰ ਬੁੱਢੇ ਹੱਡ ਆ, ਬੜੇ ਸਖਤ ਆ, ਤੇ ਕਿਤੇ ਤੁਹਾਡੇ ਨਰਮ ਪੈਰਾਂ ਨੂੰ ਚੋਟ ਤੇ ਨਹੀਂ ਲੱਗੀ। ਬਿਲਕੁਲ ਨਿਮਰਤਾ ਦੇ ਉਹ ਵੇਖ ਕੇ ਬੜੀ ਉਹਨਾਂ ਨੂੰ ਸ਼ਰਮਿੰਦਗੀ ਹੋਈ ਜੀ। ਤੇ ਪਰ ਗੁਰੂ ਅਮਰਦਾਸ ਜੀ ਉੱਥੋਂ ਫਿਰ ਚਲ ਗਏ ਆਪਣੇ ਪਿੰਡ ਬਾਸਰ ਕੇ ਗਿੱਲਾ ਜੀ। ਉਹ ਫਿਰ ਸੰਗਤਾਂ ਵਾਸਤੇ ਉਹ ਦੁਬਿਧਾ ਪੈਦਾ ਹੋ ਗਈ ਕਿ ਗੁਰੂ ਸਾਹਿਬ ਦੀ ਜਿਹੜੀ ਸੀ ਉਹ ਕਿਸ ਤਰ੍ਹਾਂ ਭਾਲ ਕੀਤੀ ਜਾਵੇ ਜੀ। ਤੇ ਇਹਨਾਂ ਦੀ ਵੀ ਗੁਰੂ ਅਮਰਦਾਸ ਜੀ ਗਏ ਸੀ ਜਿਹੜੀ ਘੋੜੀ ਤੇ ਜੀ, ਉਹ ਘੋੜੀ ਉਹਨਾਂ ਨੂੰ ਛੱਡ ਕੇ ਬਾਸਰ ਕੇ ਗਿੱਲਾਂ ਤੇ ਵਾਪਸ ਆ ਗਏ ਸੀ ਜੀ। ਫਿਰ ਸੰਗਤਾਂ ਬਾਬਾ ਬੁੱਢਾ ਜੀ ਪਾਸ ਆਈਆਂ, ਉਹ ਬੇਨਤੀ ਦੁਬਾਰਾ ਕੀਤੀ ਜੀ। ਤੇ ਬਾਬਾ ਬੁੱਢਾ ਜੀ ਫਿਰ ਉਹ ਘੋੜੀ ਨੂੰ ਅੱਗੇ ਲਾ ਕੇ ਘੋੜੀ ਅੱਗੇ ਤੁਰਦੀ ਗਈ। ਤੇ ਫਿਰ ਉਹ ਬਾਸਰ ਕੇ ਗਿੱਲਾਂ ਤੋਂ ਬਾਹਰ ਜਿਸ ਕੋਠੇ ਦੇ ਵਿੱਚ ਗੁਰੂ ਅਮਰਦਾਸ ਜੀ ਬੈਠੇ ਸੀ ਤੇ ਉਹਨਾਂ ਬਾਹਰ ਤਖਤੀ ਲਿਖ ਕੇ ਲਾਈ ਸੀ, ਕੋਈ ਦਰਵਾਜ਼ਾ ਖੋਲ ਕੇ ਮੇਰੇ ਕੋਲ ਨਾ ਆਵੇ। ਫਿਰ ਬਾਬਾ ਬੁੱਢਾ ਜੀ ਨੇ ਉਹ ਦਰਸ਼ਨ ਵੀ ਕਰਨੇ ਸੀ ਤੇ ਪਰ ਗੁਰੂ ਜੀ ਦੇ ਹੁਕਮ ਦੀ ਅਵੱਗਿਆ ਵੀ ਨਹੀਂ ਸੀ ਹੋ ਸਕਦੀ। ਫਿਰ ਉਹਨਾਂ ਨੇ ਪਿਛਲੀ ਕੰਧ ਪਾੜ ਕੇ ਨਾ, ਜਿਹਨੂੰ ਕਹਿੰਦੇ ਸੰਨ ਲਾਉਣਾ, ਹਾਂਜੀ, ਉਹ ਕੰਧ ਪਾੜ ਕੇ ਫਿਰ ਗੁਰੂ ਸਾਹਿਬ ਕੋਲ ਗਏ। ਉਹਨਾਂ ਨੇ ਦਰਸ਼ਨ ਕੀਤੀ, ਨਾਲੇ ਸੰਗਤਾਂ ਦੀ ਬੇਨਤੀ ਉਹਨਾਂ ਤੱਕ ਪਹੁੰਚਾਈ ਵੀ ਸੰਗਤਾਂ ਬਹੁਤ ਬੇਬਲ ਹੋ ਗਈਆਂ ਵਾ ਤੁਹਾਡੇ ਦਰਸ਼ਨਾਂ ਨੂੰ, ਤੁਸੀਂ ਆਓ। ਤੇ ਫਿਰ ਗੁਰੂ ਅਮਰਦਾਸ ਜੀ ਜਿਹੜੇ ਸੀ ਉਹ ਆਪਣੇ ਭਾਈ ਜੇਠਾ ਜੀ, ਉਹਨਾਂ ਦੀ ਨਾਨੀ ਜੀ ਤੇ ਪਿੰਡ ਦੇ ਹੋਰ ਬੰਦੇ ਜਿਹੜੇ ਸੀ ਨਾ ਬਾਸਰਕਿਆਂ ਦੇ, ਉਹਨਾਂ ਨੂੰ ਲਿਆ ਕੇ ਉਹਨਾਂ ਗੋਂਦਵਾਲ ਵਸਾਇਆ ਜੀ। ਤੇ ਗੁਰੂ ਰਾਮਦਾਸ ਜੀ ਬਾਰੇ ਸੰਖੇਪ ਆ ਵੀ ਉਹਨਾਂ ਦੇ ਬਚਪਨ 'ਚ ਹੀ ਮਾਤਾ ਪਿਤਾ ਗੁਜ਼ਰ ਗਿਆ ਸੀ ਤੇ ਨਾਨੀ ਦਾ ਲੈਂਦਾ ਸੀ, ਤੇ ਉਹਨਾਂ ਨੂੰ ਜਿਹੜਾ ਮੋਹ ਪਿਆਰ ਦਲਾਸਾ ਤੇ ਉਹ ਦਿੱਤਾ ਸੀ ਗੁਰੂ ਅਮਰਦਾਸ ਜੀ ਨੇ। ਉਹਨਾਂ ਦੀ ਬੜੀ ਅਟੈਚਮੈਂਟ ਹੋ ਗਈ ਸੀ ਨਾਲ, ਉਹਨਾਂ ਦੇ ਦਿਲੀ ਰੂਹਾਨੀਅਤ ਉਹਨਾਂ ਦੀ ਜਿਹੜੀ ਸੀ ਨਾ ਉਹ ਮੇਲ ਜੋੜ ਹੋ ਗਿਆ ਸੀ। ਉਹ ਉਹਨਾਂ ਨੂੰ ਵੀ ਉੱਥੇ ਲੈਂਦਾ ਉਹਨਾਂ ਨੇ ਗੋਂਦਵਾਲ ਸਾਹਿਬ, ਤੇ ਉੱਥੇ ਵੀ ਫਿਰ ਭਾਈ ਜੇਠਾ ਜੀ ਜਿਹੜੇ ਸੀ ਉਹ ਬੌਲੀ ਸਾਹਿਬ ਦੀ ਸੇਵਾ ਕਰਦੇ ਰਹੇ, ਸਿਰ ਤੇ ਆਪ ਟੋਕਰੀਆਂ ਚੁੱਕ ਕੇ ਮਿੱਟੀ ਦੀਆਂ ਸੰਗਤਾਂ ਨੂੰ ਲੰਗਰ ਪਾਣੀ ਪ੍ਰਸ਼ਾਦਾ ਪੱਖਾ ਝੱਲਣ ਦੀ ਸੇਵਾ, ਤੇ ਨਾਲ ਗੁਰਬਾਣੀ ਦਾ ਗਾਇਨ ਕਰਦੇ ਰਹੇ। ਦਰਿਆ ਬਿਆਸ ਦਾ ਕਿਨਾਰਾ ਜਿਹੜਾ ਸੀ ਉਹ ਬੜਾ ਸੁਹਾਵਣਾ ਸੀ, ਤੇ ਉੱਥੇ ਜਾ ਕੇ ਉਹਨਾਂ ਨੇ ਗੁਰਬਾਣੀ ਗਾਇਨ ਕਰਨੀ, ਰਾਗ ਵਿਦਿਆ ਵੀ ਸਿੱਖਣੀ। ਤੇ ਫਿਰ ਗੁਰੂ ਅਮਰਦਾਸ ਜੀ ਨੇ ਵੇਖ ਲਿਆ ਉਹਨਾਂ ਨੂੰ ਕਿ ਇਹ ਜਿਹੜੀ ਹੁਣ ਗਾਂ ਗੱਦੀ ਆ ਇਹਨੂੰ ਸਿਰਫ ਇਹੋ ਚਲਾ ਸਕਦੇ ਆ ਜੀ ਜੀ ਜੀ। ਉਹਨਾਂ ਨੇ ਫਿਰ ਆਪਣੀ ਜਿਹੜੀ ਬੇਟੀ ਸੀ ਉਹਨਾਂ ਦੀ ਬੀਬੀ ਭਾਨੀ, ਉਹਦਾ ਜਿਹੜਾ ਰਿਸ਼ਤਾ ਸੀ ਉਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਜੀ। ਤੇ ਦੁਨਿਆਵੀ ਪੱਖੋਂ ਤੇ ਉਹਨਾਂ ਦੇ ਜਵਾਈ ਸੀ, ਪਰ ਰੂਹਾਨੀ ਪੱਖੋਂ ਉਹਨਾਂ ਦੇ ਸੇਵਕ ਸੀ ਜੀ ਜੀ। ਤੇ ਇਸ ਕਰਕੇ ਜਦੋਂ ਗੁਰੂ ਅਮਰਦਾਸ ਜੀ ਨੇ ਵੇਖਿਆ ਵੀ ਹੁਣ ਮੇਰਾ ਆਖਰੀ ਸਮਾਂ ਆ ਗਿਆ, ਤੇ ਉਹਨਾਂ ਨੇ ਫਿਰ ਗੁਰੂ ਬਾਬਾ ਬੁੱਢਾ ਜੀ ਨੂੰ ਹੀ ਇਹ ਸੇਵਾ ਬਖਸ਼ੀ ਵੀ ਤੁਸੀਂ ਅਗਲੇ ਗੁਰੂ ਰਾਮਦਾਸ ਜੀ ਨੂੰ ਗੁਰਿਆਈ ਤਿਲਕ ਵੀ ਤੁਸੀਂ ਲਾਓ ਜੀ ਜੀ। ਤੇ ਫਿਰ ਗੁਰੂ ਰਾਮਦਾਸ ਜੀ ਨੂੰ ਉਹਨਾਂ ਨੇ ਗੁਰਿਆਈ ਤਿਲਕ ਲਾਈ, ਤੇ ਗੁਰੂ ਰਾਮਦਾਸ ਜੀ ਨੇ ਜੋ ਪਵਿੱਤਰ ਸ਼ਹਿਰ ਅੰਮ੍ਰਿਤਸਰ ਆ ਜੀ ਜੀ, ਇਸ ਸ਼ਹਿਰ ਨੂੰ ਪਹਿਲਾਂ ਉਹਨਾਂ ਵਸਾਇਆ। ਇੱਥੇ ਉਹਨਾਂ ਨੇ ਆਪਣੇ ਰਹਿਣ ਵਾਸਤੇ ਮਕਾਨ ਬਣਾਏ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਗੁਰੂ ਕੇ ਮਹਿਲ ਆ ਨਾ ਜੀ ਜੀ ਜੀ, ਇਹ ਉਹਨਾਂ ਨੇ ਮਕਾਨ ਬਣਾਏ। ਤੇ ਸੰਤੋਖਸਰ ਗੁਰਦੁਆਰਾ ਜਿਹੜਾ ਸੰਤੋਖਸਰ ਸਰੋਵਰ ਆ ਇਸ ਦੀ ਪੁਟਾਈ ਸ਼ੁਰੂ ਕੀਤੀ, ਤੇ ਦੁੱਖ ਭੰਜਣੀ ਬੇਰੀ ਲਾਗੇ ਉਹਨਾਂ ਨੇ ਅੰਮ੍ਰਿਤ ਸਰੋਵਰ ਦੀ ਜਿਹੜੀ ਪੁਟਾਈ ਸੀ ਉਹ ਵੀ ਬਾਬਾ ਬੁੱਢਾ ਜੀ, ਭਾਈ ਸਾਲੋ ਜੀ ਜਾਂ ਹੋਰ ਗੁਰੂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਜੀ। ਅਣਖੀ ਸਾਹਿਬ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਮੇਂ 'ਤੇ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਫਿਰ ਜਦੋਂ ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਪ੍ਰਾਪਤ ਹੋਈ ਤਾਂ ਉੱਥੇ ਵੀ ਸੇਵਾਵਾਂ ਨਿਭਾਈਆਂ। ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸਮੇਂ ਵੀ ਸੇਵਾਵਾਂ ਜਿਹੜੀਆਂ ਨਿਭਾਈਆਂ। ਇਹ ਜਾਣਨਾ ਚਾਹੂੰਗਾ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਤੋਂ ਬਾਅਦ ਦੀ ਗੱਲ ਕਰੀਏ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਜਿਹੜੇ ਸੀਗੇ ਉਹਨਾਂ ਦੀ ਉਮਰ ਉਦੋਂ ਛੋਟੀ ਸੀਗੀ। ਉਦੋਂ ਵੀ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਅਗਵਾਈ ਜਿਹੜੀ ਆ ਉਹ ਕੀਤੀ। ਮੀਰੀ ਪੀਰੀ ਦਾ ਜਿਹੜਾ ਸਿਧਾਂਤ ਸੀਗਾ ਉਸ ਦੇ ਵਿੱਚ ਵੀ ਅਹਿਮ ਰੋਲ ਜਿਹੜਾ ਨਿਭਾਇਆ। ਸੋ ਇਹ ਮੈਂ ਚਾਹੂੰਗਾ ਕਿ ਦਰਸ਼ਕਾਂ ਦੇ ਨਾਲ ਜ਼ਰੂਰ ਥੋੜ੍ਹੀ ਜਿਹੀ ਸਾਂਝ ਜਿਹੜੀ ਉਹ ਪਾਓ। ਗਿੱਲ ਸਾਹਿਬ, ਗੁਰੂ ਰਾਮਦਾਸ ਜੀ ਦੇ 3 ਲੜਕੇ ਸੀ ਜੀ, ਬਾਬਾ ਪਿਰਥੀ ਚੰਦ ਜੀ, ਬਾਬਾ ਮਹਾਦੇਵ ਤੇ ਅਰਜਨ ਦੇਵ ਜੀ ਜੀ। ਇਹਨਾਂ ਚੋਂ ਗੁਰੂ ਰਾਮਦਾਸ ਜੀ ਨੇ ਵੇਖਿਆ ਕਿ ਸਿਰਫ ਜਿਹੜੇ ਗੁਰੂ ਅਰਜਨ ਦੇਵ ਜੀ ਆ ਉਹ ਹੀ ਨਾਨਕ ਨਿਰਮਲ ਪੰਥ ਨੂੰ ਅੱਗੇ ਚਲਾ ਸਕਦੇ ਆ। ਤੇ ਜਦੋਂ ਉਹਨਾਂ ਨੂੰ ਗੁਰਗੱਦੀ ਬਖਸ਼ੀ ਸੀ ਤੇ ਉਦੋਂ ਵੀ ਬਾਬਾ ਬੁੱਢਾ ਜੀ ਕੋਲੋਂ ਤਿਲਕ ਲਵਾਇਆ ਸੀ ਉਹਨਾਂ ਨੇ। ਫਿਰ ਜਿਹੜੇ ਗੁਰੂ ਅਰਜਨ ਦੇਵ ਜੀ ਉਸ ਵੇਲੇ ਤੇ ਬਾਬਾ ਬੁੱਢਾ ਜੀ ਨੇ ਬਹੁਤ ਹੀ ਸੇਵਾ ਕੀਤੀ। ਜਿਹੜਾ ਹਰਿਮੰਦਰ ਸਾਹਿਬ ਆ ਇਸ ਦੀ ਉਸਾਰੀ
ਅਕਾਲ ਤਖਤ ਇਹ ਆਪਣੇ ਸਰੋਵਰ ਦੀ ਉਸਾਰੀ ਜੀ। ਇਹ ਤੇ ਸਮੁੱਚੀ ਬਾਬਾ ਬੁੱਢਾ ਜੀ ਦੇ ਦੇਖ ਰੇਖ ਹੇਠ ਹੋਈ ਜੀ ਇੱਥੋਂ ਤੱਕ ਕਿ ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਜੀ ਗੁਰਦੁਆਰਾ ਰਾਮਸਰ ਵਿਖੇ ਜੀ ਤਾਂ ਉਸ ਦਾ ਸੁਭਾਗ ਵੀ ਉਹਨਾਂ ਗੁਰੂ ਬਾਬਾ ਬੁੱਢਾ ਜੀ ਨੂੰ ਬਖਸ਼ਿਆ ਵੀ ਬਾਬਾ ਬੁੱਢਾ ਜੀ ਤੁਸੀਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਹੁਣ ਸ਼੍ਰੀ ਹਰਿਮੰਦਰ ਸਾਹਿਬ ਜੀ ਲੈ ਕੇ ਚੱਲੋ। ਬਾਬਾ ਬੁੱਢਾ ਜੀ ਨੇ ਆਪਣੇ ਸਿਰ ਤੇ ਜੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਰਾਮਸਰ ਤੋਂ ਹਰਿਮੰਦਰ ਸਾਹਿਬ ਆਏ ਜੀ। ਤੇ ਜਿਸ ਤੇ ਇਹ ਚੌਰ ਗੁਰੂ ਅਰਜਨ ਦੇਵ ਜੀ ਨੇ ਆਪ ਕੀਤਾ ਤੇ ਜਦੋਂ ਇੱਥੇ ਗੁਰੂ ਗ੍ਰੰਥ ਸਾਹਿਬ ਆ ਗਏ ਤੇ ਭਾਈ ਸੰਤੋਖ ਸਿੰਘ ਨੇ ਲਿਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲੇਹੋ ਆਵਾਜ਼ ਸੁਣੇ ਸਭ ਪੰਥ। ਜੀ ਮਤਲਬ ਬੁੱਢਾ ਸਾਹਿਬ ਸ਼ਬਦ ਜਿਹੜਾ ਵਾ ਬਾਬਾ ਬੁੱਢਾ ਜੀ ਨਾਲ ਗੁਰੂ ਅਰਜਨ ਦੇਵ ਜੀ ਨੇ ਕਿਹਾ। ਫਿਰ ਉਹਨਾਂ ਨੇ ਆਪਣਾ ਸੂਈ ਮਹੱਲਾ ਪੰਜਵਾਂ ਸੰਤਾਂ ਕੇ ਕਾਰ ਜਾਪ ਖਲੋਇਆ ਇਹ ਵਾਕ ਲੈ ਕੇ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਹੋਰ ਬੇਨਤੀ ਕੀਤੀ ਇਹਨਾਂ ਨੂੰ ਜੀ ਆਂਦੇ ਬਾਬਾ ਜੀ ਹੋਰ ਕਿਰਪਾ ਕਰੋ ਤੁਸੀਂ ਤੇ ਬੜਾ ਚਿਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ ਆ ਜੀ ਅੱਜ ਕਿਰਪਾ ਕਰੋ ਵੀ ਜਿਸ ਤਰੀਕੇ ਨਾਲ ਜਿਸ ਲਹਿ ਵਿੱਚ ਗੁਰੂ ਨਾਨਕ ਦੇਵ ਜੀ ਜਪਜੀ ਸਾਹਿਬ ਪੜ੍ਹਦੇ ਸੀ ਉਸ ਤਰ੍ਹਾਂ ਪੜ੍ਹ ਕੇ ਸੁਣਾਓ ਜੀ। ਫਿਰ ਬਾਬਾ ਬੁੱਢਾ ਜੀ ਨੇ ਹਰਿਮੰਦਰ ਸਾਹਿਬ ਵਿੱਚ ਉਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਦਾ ਮਾਹੌਲ ਪੈਦਾ ਕਰਕੇ ਸੰਗਤਾਂ ਨੂੰ ਤੇ ਗੁਰੂ ਸਾਹਿਬ ਨੂੰ ਨਿਹਾਲ ਕੀਤਾ ਜੀ। ਤੇ ਫਿਰ ਉਸ ਵੇਲੇ ਜਿਹੜਾ ਬਾਦਸ਼ਾਹ ਸੀ ਉਹ ਬਰਦਾਸ਼ਤ ਨਾ ਕਰ ਸਕਿਆ ਜਹਾਂਗੀਰ ਬਹੁਤ ਲੋਕਾਂ ਨੇ ਜਾ ਕੇ ਕੰਨ ਭਰੇ ਉਹਦੇ ਗੁਰੂ ਗ੍ਰੰਥ ਸਾਹਿਬ ਬਾਰੇ ਜੀ ਤੇ ਉਹਨੇ ਜਦੋਂ ਇਸ ਚੀਜ਼ ਦੀ ਉਹਨਾਂ ਨੂੰ ਸਜ਼ਾ ਦਿੱਤੀ ਚੰਦੂ ਦੇ ਰਾਹੀਂ ਤੇ ਗੁਰੂ ਅਰਜਨ ਦੇਵ ਜੀ ਨੂੰ ਤਾਂ ਸਭ ਕੁਝ ਦਿਸ ਪਿਆ ਸੀ ਕਿ ਕੀ ਹੋਣ ਜਾ ਰਿਹਾ ਵਾ ਤੇ ਉਹਨਾਂ ਨੇ ਬਾਬਾ ਬੁੱਢਾ ਜੀ ਨੂੰ ਇਹ ਕਹਿ ਕੇ ਤੇ ਗੁਰੂ ਹਰਗੋਬਿੰਦ ਸਾਹਿਬ ਭਾਵੇਂ ਛੋਟੀ ਉਮਰ ਦੇ ਸੀ ਤੇ ਇਹਨਾਂ ਨੂੰ ਜਿਹੜਾ ਸੀ ਉਹ ਗੁਰਿਆਈ ਤਿਲਕ ਜਦੋਂ ਲਾਇਆ ਤੇ ਉਸ ਵੇਲੇ ਸੇਲੀ ਟੋਪੀ ਦਾ ਰਿਵਾਜ ਸੀ ਪਰ ਗੁਰੂ ਹਰਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਬਾਬਾ ਬੁੱਢਾ ਜੀ ਹੁਣ ਸੇਲੀ ਟੋਪੀ ਦੀ ਥਾਂ ਤੇ ਇਹ ਜਿਹੜਾ ਧਰਮ ਆ ਇਹਦੀ ਰੱਖਿਆ ਵਾਸਤੇ ਗਿਆਨ ਦੀ ਰੱਖਿਆ ਵਾਸਤੇ ਰੂਹਾਨੀ ਗਿਆਨ ਦੀ ਰੱਖਿਆ ਵਾਸਤੇ ਹੁਣ ਸੂਰਬੀਰਤਾ ਦੀ ਵੀ ਲੋੜ ਆ। ਇਸ ਕਰਕੇ ਬਾਬਾ ਬੁੱਢਾ ਜੀ ਨੇ ਉਹਨਾਂ ਨੂੰ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨਾਈਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਜੀਵਨ ਦਾ ਆਪਾਂ ਨੂੰ ਪਤਾ ਹੀ ਆ ਕਿ ਉਹਨਾਂ ਨੇ ਜ਼ੁਲਮ ਦਾ ਨਾਸ਼ ਕਰਨ ਵਾਸਤੇ 4 ਜੰਗ ਯੁੱਧ ਜਿਹੜੇ ਸੀ ਉਹ ਲੜੇ ਜਿੱਤ ਪ੍ਰਾਪਤ ਕੀਤੀ ਤੇ ਫਿਰ ਉਹ ਵੀ ਇੱਥੋਂ ਅੰਮ੍ਰਿਤਸਰੋਂ ਪਹਿਲਾਂ ਕਰਤਾਰਪੁਰ ਗਏ ਤੇ ਕਰਤਾਰਪੁਰੋਂ ਮੁੜ ਕੇ ਕੀਰਤਪੁਰ ਸਾਹਿਬ ਜਾ ਕੇ ਤੇ ਉਹਨਾਂ ਨੇ ਜਿਹੜਾ ਆਪਣਾ ਆਖਰੀ ਸਵਾਸ ਲਿਆ ਸੀ। ਜੀ ਜੀ ਅਨਖੀ ਸਾਹਿਬ ਬਾਬਾ ਬੁੱਢਾ ਸਾਹਿਬ ਜੀ ਦੇ ਅੰਤਲੇ ਸਮੇਂ ਦੀ ਗੱਲ ਕਰੀਏ ਤਾਂ ਫਿਰ ਬਾਬਾ ਬੁੱਢਾ ਸਾਹਿਬ ਜੀ ਜਦੋਂ ਰਮਦਾਸ ਦਾ ਜ਼ਿਕਰ ਪਹਿਲਾਂ ਵੀ ਤੁਸੀਂ ਕੀਤਾ ਉਸ ਜਗ੍ਹਾ ਦੇ ਉੱਤੇ ਚਲੇ ਗਏ ਤਾਂ ਇਤਿਹਾਸਕ ਜ਼ਿਕਰ ਮਿਲਦਾ ਹੈ ਕਿ ਉੱਥੇ ਅੰਤਮ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਵੀ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਆ ਉੱਥੇ ਪਹੁੰਚਦੇ ਆ। ਸੋ ਉਹ ਫਿਰ ਕਦੋਂ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆ ਉਹਨਾਂ ਦਾ ਜਿਹੜਾ ਆ ਉਹ ਅੰਤਿਮ ਸਮਾਂ ਜਿਹੜਾ ਆਉਂਦਾ ਆ ਤੇ ਫਿਰ ਉਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਕੀ ਗੱਲਾਂ ਬਾਤਾਂ ਉਹਨਾਂ ਦੀਆਂ ਹੋਈਆਂ ਤੇ ਉਸ ਸਮੇਂ ਉਹਨਾਂ ਨੇ ਕਿਹੜੀ ਅਰਦਾਸ ਜਿਹੜੀ ਆ ਉਹ ਕੀਤੀ ਸੀ? ਗਿੱਲ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨਾਲ ਬਾਬਾ ਬੁੱਢਾ ਜੀ ਦਾ ਬਹੁਤ ਤੇਹ ਮੋਹ ਸੀ ਜੀ। ਇਹਨਾਂ ਦੇ ਜਨਮ ਦੀ ਅਰਦਾਸ ਵੀ ਬਾਬਾ ਬੁੱਢਾ ਜੀ ਨੇ ਕੀਤੀ ਸੀ ਬੀੜ ਸਾਹਿਬ ਜੀ ਜੀ ਤੇ ਬੀੜ ਸਾਹਿਬ ਤੋਂ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਰੋਜ਼ ਆਉਂਦੇ ਸੀ ਪੈਦਲ ਹੀ ਜੀ। ਜਦੋਂ ਉਹਨਾਂ ਦੀ ਹੋਈ ਆਰਜੂ ਵੱਧ ਹੋ ਗਈ ਬਿਰਧ ਅਵਸਥਾ ਹੋ ਗਈ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਉਹਨਾਂ ਨੂੰ ਪਾਲਕੀ ਲੈਤੀ ਇੱਕ ਜੀ ਵੀ ਹੁਣ ਤੁਸੀਂ ਬਾਬਾ ਜੀ ਤੁਰ ਕੇ ਨਾ ਆਇਆ ਕਰੋ ਪਾਲਕੀ ਤੇ ਆਇਆ ਕਰੋ ਜੀ। ਇੱਕ ਦਿਨ ਉਹ ਪਾਲਕੀ ਲੈ ਕੇ ਜਿਹੜੇ ਸਿੰਘ ਸੀ ਜਿੱਥੇ ਰਾਮਸਰ ਗੁਰਦੁਆਰਾ ਵਾ ਇਸ ਜਗ੍ਹਾ ਤੇ ਆਏ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੀ ਪਹਿਲੀ ਯੋਜਨਾ ਮੁਤਾਬਕ ਪਾਲਕੀ ਥੱਲੇ ਰਖਾਈ ਤੇ ਆਪ ਕੁਹਾਰਾਂ ਵਾਲੇ ਉਹਨੇ ਕੱਪੜੇ ਪਾਏ ਸੀ ਗੁਰੂ ਸਾਹਿਬ ਨੇ ਜੀ। ਆਪਣੀ ਗੁਰੂ ਸਾਹਿਬ ਦੀ ਪਾਲਕੀ ਨੂੰ ਮੋਢਾ ਦੇਣ ਵਾਸਤੇ ਜਦੋਂ ਗੁਰੂ ਹਰਗੋਬਿੰਦ ਸਾਹਿਬ ਆਪ ਕੁਹਾਰ ਦੇ ਰੂਪ ਵਿੱਚ ਉਹਨਾਂ ਨੇ ਇੱਕ ਪਾਵੇ ਨੂੰ ਮੋਢਾ ਦਿੱਤਾ ਤੇ ਬਾਬਾ ਬੁੱਢਾ ਜੀ ਨੇ ਪਾਲਕੀ ਦੇ ਵਿੱਚੋਂ ਕਹਿਤਾ ਵੀ ਪਾਲਕੀ ਥੱਲੇ ਰੱਖ ਦਿਓ। ਅੱਛਾ ਜੀ ਜੀ। ਜਦੋਂ ਥੱਲੇ ਰੱਖੀ ਤੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ ਵੀ ਮਹਾਰਾਜ ਇਹ ਕੀ ਕਰਨ ਡਿਆ ਜੀ? ਤੇ ਗੁਰੂ ਹਰਗੋਬਿੰਦ ਸਾਹਿਬ ਨੇ ਕਿਹਾ ਬਾਬਾ ਜੀ ਮੈਂ ਤੇ ਪਹਿਰਾਵਾ ਪਾਇਆ ਕੁਹਾਰਾਂ ਵਾਲਾ ਤੁਸੀਂ ਕਿਸ ਤਰ੍ਹਾਂ ਮੈਨੂੰ ਪਛਾਣ ਲਿਆ ਜੀ? ਆਂਦੇ ਪਾਤਸ਼ਾਹ ਪਹਿਲੀ ਪਾਤਸ਼ਾਹੀ ਵੇਲੇ ਕੀ ਕਿਹਾ ਸੀ ਬੁੱਢਿਆ ਤੇਰੇ ਤੋਂ ਓਲੇ ਨਾ ਹੋਸਾਂ ਤੇ ਹੁਣ ਤੇ ਤੁਸੀਂ ਮੇਰੇ ਤੋਂ ਕਿਸ ਤਰ੍ਹਾਂ ਓਲੇ ਹੋ ਜਾਓਗੇ ਜੀ। ਤੇ ਇਸ ਤੋਂ ਬਾਅਦ ਜਦੋਂ ਉਹਨਾਂ ਦਾ ਆਖਰੀ ਸਮਾਂ ਰਮਦਾਸ ਆਇਆ ਤੇ ਫਿਰ ਉਹਨਾਂ ਨੇ ਸੁਨਾਹ ਭੇਜਿਆ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਜੀ। ਤੇ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਭਾਈ ਗੁਰਦਾਸ ਜੀ ਭਾਈ ਬਿਧੀ ਚੰਦ
ਹਾਂਜੀ ਤੇ ਹੋਰ ਸੰਗਤਾਂ ਜਿਹੜੀਆਂ ਸੀ ਇਹ ਰਮਦਾਸ ਗਈਆਂ। ਬਾਬਾ ਬੁੱਢਾ ਜੀ ਦਰਸ਼ਨ ਕਰਕੇ ਬੜੇ ਖੁਸ਼ ਹੋਏ, ਜੀ ਬੜੀਆਂ ਗੱਲਾਂ ਕੀਤੀਆਂ ਤੇ ਅਗਲੇ ਦਿਨ ਜਿਹੜੇ ਸੀ ਉਹ ਸਵੇਰੇ ਤੜਕੇ 4 ਵਜੇ ਬਾਬਾ ਬੁੱਢਾ ਜੀ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਜੀ ਤੇ ਆਪਣਾ ਜਿਹੜੇ ਸੀ ਉਹ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਮਾ ਗਏ। ਜੀ ਤੇ ਰਮਦਾਸ ਹੀ ਗੁਰੂ ਹਰਗੋਬਿੰਦ ਸਾਹਿਬ ਨੇ, ਬਾਬੇ ਬਿਧੀ ਚੰਦ ਨੇ ਜੀ ਤੇ ਬਾਬਾ ਸ੍ਰੀ ਚੰਦ ਵੀ ਆ ਗਏ ਸੀ, ਜੀ ਭਾਈ ਜੇਠਾ ਜੀ, ਜੀ ਇਹਨਾਂ ਸਾਰਿਆਂ ਸੰਗਤਾਂ ਨੇ ਜੀ ਮੁੜ ਕੇ ਗੁਰੂ ਸਾਹਿਬ ਦਾ ਜਿਹੜਾ ਸੀ ਇਹ ਬਾਬਾ ਬੁੱਢਾ ਜੀ ਦਾ ਸੌਰੀ ਜੀ ਉਹਨਾਂ ਨੇ ਅੰਤਮ ਸੰਸਕਾਰ ਬੜੀ ਵਿਰਾਗਮਈ ਅਵਸਥਾ 'ਚ ਆਪ ਕੀਤਾ ਉਹਨਾਂ ਨੇ। ਜੀ। ਤੇ ਫਿਰ ਉਹਨਾਂ ਦਾ ਜਿਹੜਾ ਇਹ ਅੰਤਮ ਰਸਮਾਂ ਤੋਂ ਬਾਅਦ ਜੀ ਬਾਬਾ ਬੁੱਢਾ ਜੀ ਦੇ 4 ਬੱਚੇ ਸੀ, ਜੀ 4 ਬੇਟੇ ਸੀ ਉਹਨਾਂ ਦੇ, ਭਾਈ ਸੁਧਾਰੀ ਜੀ, ਭਾਈ ਭਖਾਰੀ ਜੀ, ਭਾਈ ਮਹਿਮੂ ਜੀ ਜੀ। ਤੇ ਭਾਈ ਭਾਨਾ ਜੀ। ਜੀ ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਭਾਈ ਭਾਨਾ ਜੀ ਨੂੰ ਜਿਹੜੀ ਸੀ ਦਸਤਾਰ ਬਖਸ਼ੀ ਤੇ ਉਹਨਾਂ ਨੂੰ ਇਹ ਵੀ ਇਹ ਗਾਂ ਕਹਿਤਾ ਕਿ ਜਿਹੜੇ ਅਗਲੇ ਗੁਰੂ ਸਾਹਿਬ ਦੀ ਗੁਰਿਆਈ ਤਿਲਕ ਦੀ ਰਸਮ ਹੋਊਗੀ ਉਹ ਤੁਹਾਡਾ ਪਰਿਵਾਰ ਹੀ ਜਿਹੜਾ ਵਾ ਉਹ ਨਿਭਾਵੇਗਾ। ਤੇ ਫਿਰ ਜਦੋਂ 7ਵੇਂ ਪਾਤਸ਼ਾਹ ਗੁਰੂ ਹਰ ਰਾਏ ਜੀ ਨੇ ਇਹ ਗੁਰਿਆਈ ਹਾਸਲ ਕੀਤੀ 6ਵੇਂ ਪਾਤਸ਼ਾਹ ਤੋਂ, ਤੇ ਉਸ ਵੇਲੇ ਮੁੜ ਕੇ ਭਾਨਾ ਜੀ ਨੇ ਜਿਹੜਾ ਸੀ ਉਹ ਗੁਰਿਆਈ ਤਿਲਕ ਲਾਇਆ ਗੁਰੂ ਹਰ ਰਾਏ ਸਾਹਿਬ ਨੂੰ। ਤੇ ਭਾਈ ਭਾਨਾ ਜੀ ਦੇ ਸੁਪੁੱਤਰ ਸੀ ਭਾਈ ਸਰਵਣ ਜੀ ਤੇ ਭਾਈ ਸਰਵਣ ਜੀ ਦੇ ਪੁੱਤਰ ਸੀ ਭਾਈ ਝੰਡਾ ਜੀ। ਤੇ ਭਾਈ ਝੰਡਾ ਜੀ ਜਿਹੜੇ ਸੀ ਇਹਨਾਂ ਨੇ ਮੁੜ ਕੇ ਗੁਰੂ ਹਰਕ੍ਰਿਸ਼ਨ ਜੀ ਨੂੰ ਤਿਲਕ ਲਾਇਆ, ਗੁਰਿਆਈ ਤਿਲਕ। ਤੇ ਇਹਨਾਂ ਦੇ ਇਹ ਬੇਟੇ ਸੀ ਭਾਈ ਗੁਰਦਿੱਤਾ ਜੀ। ਜਦੋਂ ਭਾਈ ਮੱਖਣ ਸ਼ਾਹ ਬਾਣੇ ਨੇ ਬਾਬੇ ਬਕਾਲੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸੀ ਉਹਨਾਂ ਨੂੰ ਗੁਰੂ ਪ੍ਰਗਟ ਕੀਤਾ ਤੇ ਉਹਨਾਂ ਨੇ ਚੇਚਾ ਰਮਦਾਸ ਤੋਂ ਬਾਬਾ ਗੁਰਦਿੱਤਾ ਜੀ ਨੂੰ ਸੱਦ ਕੇ ਤੇ ਉਹਨਾਂ ਦੇ ਹੱਥੀਂ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਗੁਰਿਆਈ ਤਿਲਕ ਲਵਾਇਆ ਸੀ। ਤੇ ਇਹਨਾਂ ਦਾ ਲੜਕਾ ਸੀ ਭਾਈ ਰਾਮ ਕੁੰਵਰ ਜੀ। ਤੇ ਭਾਈ ਰਾਮ ਕੁੰਵਰ ਨੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰਿਆਈ ਤਿਲਕ ਲਾਇਆ ਸੀ, ਜਿਹੜੇ ਕਿ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਗੁਰਬਖਸ਼ ਸਿੰਘ ਜਿਹੜੇ ਸੀ ਉਹ ਬਣੇ ਸੀ। ਇਸ ਕਰਕੇ 10 ਪਾਤਸ਼ਾਹੀਆਂ ਦੀ ਇਹ ਜਿਹੜਾ ਗੁਰਿਆਈ ਤਿਲਕ ਦੀ ਰਸਮ ਸੀ ਉਹ ਬਾਬਾ ਬੁੱਢਾ ਜੀ ਤੇ ਇਹਨਾਂ ਦੇ ਅੰਸ਼ ਬੰਸ਼ ਵਿੱਚ ਹੀ ਜਿਹੜੀ ਸੀ ਉਹ ਰਹੀ ਸੀ। ਜੀ ਬਿਲਕੁਲ। ਪ੍ਰੋਗਰਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਬੜੀ ਹੀ ਸੁੰਦਰ ਸ਼ਬਦਾਂ ਦੇ ਨਾਲ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਨਾਲ ਵਿਚਾਰ ਕੀਤੀ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਜੀ ਹੋਰਾਂ ਨੇ। ਸੋ ਅਸੀਂ ਧੰਨਵਾਦੀ ਹਾਂ ਉਹਨਾਂ ਦੇ ਕਿ ਅੱਜ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੇ ਮੌਕੇ ਦੇ ਉੱਤੇ ਸਮੁੱਚੀ ਗੱਲਬਾਤ ਸਿੱਖ ਇਤਿਹਾਸ ਤੋਂ ਸਮੁੱਚੇ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਸਿੱਖ ਚੈਨਲ ਦੇ ਰਾਹੀਂ ਅਣਖੀ ਸਾਹਿਬ ਨੇ ਜਾਣੂ ਕਰਵਾਇਆ। ਸੋ ਅਸੀਂ ਧੰਨਵਾਦ ਕਰਦੇ ਹਾਂ ਤੇ ਅੱਜ ਦੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਇੱਥੇ ਹੀ ਸਮਾਪਤ ਹੁੰਦਾ ਆ। ਆਗਿਆ ਚਾਹਾਂਗੇ, ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।